ਗੁੱਡ ਮਾਰਨਿੰਗ ਅਦਾ ਸਤਿ ਸ਼੍ਰੀ ਅਕਾਲ ਜੀ। ਮੈਂ ਆ ਜਸਪ੍ਰੀਤ ਸਿੰਘ। CDP ਦਾ ਨੈਕਸਟ ਲੈਕਚਰ ਹੈਗਾ ਜਿਹੜਾ 9 ਲੈਕਚਰ ਆ ਆਪਾਂ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੋਏ ਆ। ਸਵਾਗਤ ਕਰਦੇ ਹਾਂ ਤੁਹਾਡਾ ਪੰਜਾਬ ਅਕੈਡਮੀ ਆਨਲਾਈਨ ਪੋਰਟਲ ਦੇ ਉੱਪਰ। ਤੁਹਾਨੂੰ ਇੱਕ ਹੰਬਲ ਰਿਕੁਐਸਟ ਕੀਤੀ ਜਾਂਦੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤਾਂ ਜੋ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਹੈਗੀ ਹੈ ਸਟੱਡੀ ਦੇ ਰਿਲੇਟਡ ਤੁਹਾਨੂੰ ਮਿਲਦੀ ਰਹੇ। ਅੱਜ ਜਿਹੜਾ ਆਪਣਾ ਟੌਪਿਕ ਜਿਹੜਾ ਚੱਲ ਰਿਹਾ ਉਹ ਟੌਪਿਕ ਜਿਹੜਾ ਚੱਲ ਰਿਹਾ ਹੈਗਾ ਉਹਦੇ ਬਾਰੇ ਆਪਾਂ ਗੱਲ ਕੀਤੀ ਜਾਵੇ ਤਾਂ ਉਹ ਕਿਹੜਾ ਜੀ, ਡਿਵੈਲਪਮੈਂਟ ਆਫ ਚਿਲਡਰਨ ਵਿਦ ਸਪੈਸ਼ਲ ਨੀਡਸ, CWSN, ਠੀਕ ਹੈ ਨਾ, ਸਪੈਸ਼ਲ ਨੀਡ, ਠੀਕ ਹੈ ਨਾ। ਚਿਲਡਰਨ ਵਿਦ ਸਪੈਸ਼ਲ ਨੀਡ ਜਿਹੜੇ ਹੈਗੇ ਆ ਉਹਨਾਂ ਬਾਰੇ ਆਪਣਾ ਚੱਲ ਰਿਹਾ ਸੀਗਾ, ਤਾਂ ਉਸੇ ਨੂੰ ਹੀ ਆਪਾਂ ਉੱਥੋਂ ਹੀ ਕੰਟੀਨਿਊ ਕਰਾਂਗੇ। ਤਾਂ ਉੱਥੋਂ ਹੀ ਜਿਹੜੀ ਹੈਗਾ ਟੌਪਿਕ ਨੂੰ ਕੰਟੀਨਿਊ ਕੀਤਾ ਜਾਵੇਗਾ, ਉੱਥੋਂ ਹੀ ਜਿਹੜਾ ਹੈਗਾ ਟੌਪਿਕ ਸਟਾਰਟ ਕੀਤਾ ਜਾਵੇਗਾ। ਤਾਂ ਇਕੱਲੀ ਇਕੱਲੀ ਚੀਜ਼ ਜਿਹੜੀ ਹੈਗੀ ਆ ਟੌਪਿਕ ਦੀ ਦੇਖੀ ਜਾਊਗੀ। ਤਾਂ ਚੱਲਦੇ ਹਾਂ, ਵੱਧਦੇ ਹਾਂ ਆਪਣੇ ਸੈਸ਼ਨ ਦੇ ਵੱਲ। ਡਿਪਰੀਵੇਸ਼ਨ ਮੈਂ ਤੁਹਾਨੂੰ ਕੱਲ ਕਰਵਾ ਦਿੱਤਾ ਸੀਗਾ 8th ਕਲਾਸ ਦੇ ਵਿੱਚ, ਸਾਰੀਆਂ ਚੀਜ਼ਾਂ ਆਪਾਂ ਉਹਦੇ ਵਿੱਚ ਦਿੱਤੀ ਹੋਈ ਹੈ। ਅਤੇ ਇਸੇ ਵਿੱਚ ਹੀ ਇੱਕ ਜਿਹੜਾ ਲੈਕਚਰ ਆ ਜਾਂਦਾ ਇਨਕਲੂਸਿਵ ਐਂਡ ਇੰਟੀਗ੍ਰੇਟਡ, ਸਮਾਵੇਸ਼ੀ ਸਿੱਖਿਆ ਅਤੇ ਏਕੀਕ੍ਰਿਤ ਸਿੱਖਿਆ ਦੇ ਵਿੱਚ ਕੀ ਫਰਕ ਹੁੰਦਾ। ਬਹੁਤ ਹੀ ਮਹੱਤਵਪੂਰਨ ਟੌਪਿਕ ਹੈ, ਬਹੁਤ ਹੀ ਜਿਹੜਾ ਟੌਪਿਕ ਜਿਹੜਾ ਹੈਗਾ ਇੰਪੋਰਟੈਂਟ ਬਣਦਾ ਇਹ ਟੌਪਿਕ। ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਸਮਾਵੇਸ਼ੀ ਸਿੱਖਿਆ ਇੱਕ ਵੱਡੀ ਧਾਰਨਾ ਹੁੰਦੀ ਹੈ। ਸਮਾਵੇਸ਼ੀ ਸਿੱਖਿਆ ਕੀ ਹੁੰਦੀ ਹੈ? ਇੱਕ ਵੱਡੀ ਧਾਰਨਾ ਹੁੰਦੀ ਹੈ। ਇਹ ਜਿਹੜੀ ਏਕੀਕ੍ਰਿਤ ਸਿੱਖਿਆ ਹੁੰਦੀ ਹੈ ਇਹ ਇੱਕ ਛੋਟੀ ਧਾਰਨਾ ਹੁੰਦੀ ਹੈ। ਦੇਖੋ ਇਹਦੇ ਵਿੱਚ ਦੋਨਾਂ ਚੀਜ਼ਾਂ ਦੇ ਵਿੱਚ ਦੱਸਿਆ ਹੋਇਆ ਕਿ ਇੱਕ ਵੱਡੀ ਧਾਰਨਾ ਹੁੰਦੀ ਹੈ, ਇਹ ਇੱਕ ਕੀ ਹੁੰਦੀ ਹੈ, ਛੋਟੀ ਧਾਰਨਾ ਹੁੰਦੀ ਹੈ। ਸੈਕਿੰਡ ਕੀ ਹੈ, ਸਮਾਵੇਸ਼ੀ ਸਿੱਖਿਆ ਵਿੱਚ ਲਰਨਿੰਗ ਵਾਤਾਵਰਨ ਬੱਚਿਆਂ ਦੀ ਜ਼ਰੂਰਤਾਂ ਅਨੁਸਾਰ ਹੁੰਦਾ ਹੈਗਾ। ਜਿਹੜੀ ਇਨਕਲੂਸਿਵ ਐਜੂਕੇਸ਼ਨ ਜਿਹਨੂੰ ਆਪਾਂ ਕਹਿੰਦੇ ਆ, ਤਾਂ ਇਹਦੇ ਵਿੱਚ ਜਿਹੜੀ ਸਮਾਵੇਸ਼ੀ ਸਿੱਖਿਆ ਹੈ ਤਾਂ ਇਹਦੇ ਵਿੱਚ ਲਰਨਿੰਗ ਵਾਤਾਵਰਨ ਦੀ ਜ਼ਰੂਰਤਾਂ ਦੇ ਅਨੁਸਾਰ ਬਣਾਇਆ ਜਾਂਦਾ ਹੈ। ਤਾਂ ਸੈਕਿੰਡ ਏਕੀਕ੍ਰਿਤ ਸਿੱਖਿਆ ਦੇ ਵਿੱਚ ਕੀ ਹੁੰਦਾ ਹੈਗਾ, ਇੱਥੇ ਲਰਨਿੰਗ ਵਾਤਾਵਰਨ ਨਹੀਂ ਬਦਲਦਾ, ਇੱਥੇ ਸਧਾਰਨ ਕਲਾਸਰੂਮ ਜਿਹੜੇ ਹੈਗਾ ਉੱਦਾਂ ਦੇ ਹੀ ਰਹਿੰਦੇ ਨੇ। ਜਿਵੇਂ ਆਪਾਂ ਸਰਕਾਰੀ ਸਕੂਲਾਂ ਦੀ ਗੱਲ ਕੀਤੀ ਜਾਵੇ ਨਾ, ਤਾਂ ਉਹ ਇੱਦਾਂ ਦੇ ਹੁੰਦੇ ਨੇ, ਹੈ ਨਾ। ਤਾਂ ਵੀ ਮਤਲਬ ਕਿ ਜਿਹੇ ਪਹਿਲਾਂ ਦੇ ਕਲਾਸਰੂਮ ਸੀਗੇ ਉੱਦਾਂ ਹੀ ਉਹੀ ਕਲਾਸਰੂਮ ਅੱਗੇ ਜਿਹੜੇ ਹੈਗੇ ਆ ਚੱਲਦੇ ਰਹਿੰਦੇ ਨੇ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਉਸ ਤੋਂ ਬਾਅਦ ਥਰਡ ਪੁਆਇੰਟ ਕੀ ਹੈ ਕਿ ਇਸ ਵਿੱਚ ਇੱਕ ਇੱਦਾਂ ਦਾ ਨਵਾਂ ਪਾਠਕ੍ਰਮ ਬਣਾਉਣਾ ਜਿਸ ਵਿੱਚ ਨਵੇਂ ਅਤੇ ਡਿਸੇਬਲ ਬੱਚੇ ਆ ਸਕਣ। ਜਿਹੜੇ ਕਹਿਣ ਦਾ ਮਤਲਬ ਕੀ ਹੈ, ਸਮਾਵੇਸ਼ੀ ਸਿੱਖਿਆ ਦੇ ਵਿੱਚ ਇੱਕ ਇੱਦਾਂ ਦਾ ਪਾਠਕ੍ਰਮ ਨੂੰ ਤਿਆਰ ਕੀਤਾ ਜਾਂਦਾ ਹੈ ਜਿਹਦੇ ਵਿੱਚ ਕੀ ਹੁੰਦਾ ਹੈ ਕਿ ਨਵੇਂ ਬੱਚੇ ਅਤੇ ਡਿਸੇਬਲ ਜਿਹੜੇ ਬੱਚੇ ਹੁੰਦੇ ਆ ਉਹ ਜਿਹੜੇ ਹੈਗੇ ਆ ਇਹਦੇ ਵਿੱਚ ਆ ਸਕਣ। ਤਾਂ ਇੱਦਾਂ ਦਾ ਪਾਠਕ੍ਰਮ ਜਿਹੜਾ ਹੈਗਾ ਬਣਾਇਆ ਜਾਣਾ ਚਾਹੀਦਾ ਹੈਗਾ। ਤਾਂ ਸੈਕਿੰਡ ਕੀ ਹੈ, ਏਕੀਕ੍ਰਿਤ ਦੇ ਵਿੱਚ ਕੀ ਹੈ, ਇਸ ਵਿੱਚ ਪੁਰਾਣਾ ਹੀ ਪਾਠਕ੍ਰਮ ਚੱਲਦਾ ਰਹਿੰਦਾ ਹੈ। ਇਹਦੇ ਵਿੱਚ ਕੋਈ ਵੀ ਪਾਠਕ੍ਰਮ ਨਵਾਂ ਨਹੀਂ ਬਣਦਾ, ਇਹਦੇ ਵਿੱਚ ਪੁਰਾਣਾ ਪਾਠਕ੍ਰਮ ਹੀ ਜਿਹੜਾ ਹੈਗਾ ਸਾਰੀ ਉਮਰ ਚੱਲਦਾ ਰਹਿੰਦਾ ਹੈਗਾ ਏਕੀਕ੍ਰਿਤ ਦੇ ਵਿੱਚ। ਤਾਂ ਸਮਾਵੇਸ਼ੀ ਸਿੱਖਿਆ ਦੇ ਵਿੱਚ ਕੀ ਹੁੰਦਾ ਹੈ ਕਿ ਇਸ ਵਿੱਚ ਸਾਰੇ ਬੱਚੇ ਡਿਸੇਬਲ ਅਤੇ ਨੌਨ ਡਿਸੇਬਲ ਜਿਹੜੇ ਹੈਗੇ ਆ ਬੱਚਿਆਂ ਨੂੰ ਬਰਾਬਰ ਲੈ ਕੇ ਇਹ ਚੱਲਦੇ ਨੇ। ਤਾਂ ਸਮਾਵੇਸ਼ੀ ਸਿੱਖਿਆ ਦੇ ਵਿੱਚ ਸਾਰੇ ਬੱਚੇ ਆ ਜਾਂਦੇ ਨੇ, ਜਿਹੜੇ ਡਿਸੇਬਲ ਹੁੰਦੇ ਨੇ ਉਹ ਵੀ ਅਤੇ ਜਿਹੜੇ ਨੌਨ ਡਿਸੇਬਲ ਹੁੰਦੇ ਨੇ ਉਹ ਵੀ। ਤਾਂ ਉਹ ਦੋਨੇ ਜਿਹੜੇ ਹੈਗੇ ਇਸ ਦੇ ਵਿੱਚ ਆ ਜਾਂਦੇ ਨੇ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ ਕਿ ਇਸ ਦੇ ਵਿੱਚ ਏਕੀਕ੍ਰਿਤ ਦੇ ਵਿੱਚ ਕੀ ਹੁੰਦਾ, ਰੈਗੂਲਰ ਬੱਚਿਆਂ ਨਾਲ ਜਿਹੜਾ ਹੈਗਾ ਪ੍ਰਤੀਯੋਗੀ ਨਹੀਂ ਦਿੱਤਾ ਜਾਂਦਾ। ਡਿਸੇਬਲ ਬੱਚਿਆਂ ਨੂੰ ਮੁਕਾਬਲਾ ਜਨਰਲ ਬੱਚਿਆਂ ਦੇ ਨਾਲ ਹੀ ਕੀਤਾ ਜਾ ਸਕਦਾ। ਤਾਂ ਇਸ ਵਿੱਚ ਜਿਹੜਾ ਹੈਗਾ ਕੀ ਹੁੰਦਾ ਗਾ ਕਿ ਜਿਹੜਾ ਉਹਨਾਂ ਦਾ ਮੁਕਾਬਲਾ ਉਹ ਡਿਸੇਬਲ ਬੱਚਿਆਂ ਦੇ ਨਾਲ ਹੀ ਕੀਤਾ ਜਾਂਦਾ ਹੈ। ਜਨਰਲ ਬੱਚਿਆਂ ਨੂੰ ਉਹਨਾਂ ਦੇ ਨਾਲ ਕੰਪੈਰੀਜ਼ਨ ਨਹੀਂ ਕੀਤਾ ਜਾਂਦਾ। ਤਾਂ ਇਸ ਚੀਜ਼ ਨੂੰ ਵੀ ਤੂੰ ਜ਼ਰੂਰ ਧਿਆਨ 'ਚ ਰੱਖਿਓ। ਫਿਫਥ ਪੁਆਇੰਟ ਕੀ ਬਣਦਾ ਹੈ ਕਿ ਇਸ ਵਿੱਚ ਜੇਕਰ ਅਧਿਆਪਕ ਡਾਕਟਰ ਜਾਂ ਇੱਕ ਤੋਂ ਵੱਧ ਅਧਿਆਪਕ ਨੂੰ ਲੈ ਕੇ ਆਉਣਾ ਜਾਂ ਜਿਹੜਾ ਹੈਗਾ ਡਿਸੇਬਲ ਬੱਚੇ ਵਾਸਤੇ ਡਾਕਟਰ ਦੀ ਸਹੂਲਤਾਂ ਪ੍ਰਦਾਨ ਕਰਵਾਈ ਜਾਂਦੀ ਹੈ। ਦੇਖੋ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਹਰੇਕ ਅਧਿਆਪਕ ਨੂੰ ਇੱਕ ਡਾਕਟਰ ਦੀ ਜਿਹੜੀ ਹੈਗੀ ਹੈ ਡਾਕਟਰੀ ਸਹੂਲਤਾਂ ਦਾ ਵੀ ਗਿਆਨ ਹੋਣਾ ਚਾਹੀਦਾ। ਅਤੇ ਇਹਦੇ ਵਿੱਚ ਉਹ ਗੱਲ ਕੀਤੀ ਜਾਂਦੀ ਹੈ ਨਾ ਸਮਾਵੇਸ਼ੀ ਸਿੱਖਿਆ ਦੇ ਵਿੱਚ। ਤਾਂ ਇਹ ਪੁਰਾਣੀ ਜਿਹੜੀ ਏਕੀਕ੍ਰਿਤ ਦੇ ਵਿੱਚ ਕੀ ਸੀਗਾ, ਇਸ ਵਿੱਚ ਸਿਰਫ ਕਲਾਸ ਅਧਿਆਪਕ ਨੂੰ ਹੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਠੀਕ ਹੈ ਨਾ। ਇਹਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਕਲਾਸ ਅਧਿਆਪਕ ਨੂੰ ਹੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਕੋਈ ਵੀ ਹੋਰ ਸਹੂਲਤ ਹੋਵੇ ਉਹਦੀ। ਨੰਬਰ 6 ਕੀ ਕਹਿੰਦਾ ਗਾ ਕਿ ਇਸ ਵਿੱਚ ਬੱਚੇ ਜਿਹੜੇ ਹੈਗੇ ਸੁਰੱਖਿਅਤ ਮਹਿਸੂਸ ਕਰਦੇ ਨੇ
ਤਾਂ ਇਹਦੇ ਵਿੱਚ ਕੀ ਕਰਦੇ ਆ, ਬੱਚਿਆਂ ਨੂੰ ਸੁਰੱਖਿਆ ਮਹਿਸੂਸ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਡਾਕਟਰੀ ਦੀ ਲੋੜ ਪੈਣ 'ਤੇ ਉਹਨਾਂ ਨੂੰ ਡਾਕਟਰੀ ਸਹੂਲਤ ਜਿਹੜੀ ਹੈਗੀ ਹੈ ਦਿੱਤੀ ਜਾਂਦੀ ਹੈ। ਏਕੀਕ੍ਰਿਤ ਦੇ ਵਿੱਚ ਕੀ ਹੁੰਦਾ ਹੈ, ਇਸ ਵਿੱਚ ਬੱਚੇ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਇੱਕ ਮਾਸਟਰ ਜਿਹੜਾ ਹੈਗਾ ਦੁਬਾਰਾ ਪੜ੍ਹਾਇਆ ਜਾਂਦਾ ਹੈਗਾ। ਤਾਂ ਉਹ ਏਕੀਕ੍ਰਿਤ ਦੇ ਵਿੱਚ ਕੀ ਹੁੰਦਾ ਹੈ, ਉਹ ਇਸ ਸਹੂਲਤ ਨੂੰ ਜਿਹੜਾ ਹੈਗਾ ਸੁਰੱਖਿਅਤ ਨਹੀਂ ਮੰਨਦੇ ਕਿਉਂਕਿ ਉਹਨਾਂ ਨੂੰ ਇੱਕ ਮਾਸਟਰ ਦੁਆਰਾ ਹੀ ਪੜ੍ਹਾਇਆ ਜਾਂਦਾ ਹੈ ਅਤੇ ਉਸੇ ਮਾਸਟਰ ਦੁਆਰਾ ਹੀ ਉਹਨਾਂ ਦਾ ਇਲਾਜ ਕਰਵਾਇਆ ਜਾਂਦਾ। ਸਮਾਵੇਸ਼ੀ ਸਿੱਖਿਆ ਇਨਕਲੂਸਿਵ ਐਜੂਕੇਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਇਸ ਨੂੰ ਜਿਹੜਾ ਹੈਗਾ ਦਿਨ ਨਾਲ ਅਪਣਾਇਆ ਜਾਂਦਾ, ਬੱਚਿਆਂ ਉੱਪਰ ਖਰਚਾ ਵੀ ਕੀਤਾ ਜਾਂਦਾ ਹੈਗਾ। ਇਹ ਜਿਹੜੀ ਏਕੀਕ੍ਰਿਤ ਹੁੰਦੀ ਹੈ ਇਹ ਸਰਕਾਰ ਦੁਆਰਾ ਉਪਚਾਰਿਕ ਜਿਹੜਾ ਹੈਗਾ ਕੀਤਾ ਜਾਂਦਾ ਅਤੇ ਸਰਕਾਰ ਦੁਆਰਾ ਖਰਚੇ ਦੀ ਫਾਰਮੈਲਿਟੀ ਕੀਤੀ ਜਾਂਦੀ ਹੈ, ਨਾ ਕਿ ਖਰਚਾ ਕੀਤਾ ਜਾਂਦਾ ਹੈਗਾ, ਹੈ ਨਾ। ਤਾਂ ਸਮਾਵੇਸ਼ੀ ਸਿੱਖਿਆ ਦੇ ਵਿੱਚ ਹੋਰ ਕੀ ਹੁੰਦਾ ਹੈ ਕਿ ਇਸ ਦੁਆਰਾ ਬੱਚੇ ਉੱਪਰ ਜਿਹੜਾ ਖਰਚ ਕੀਤਾ ਜਾਂਦਾ ਹੈ ਤਾਂ ਉਹਦੇ ਵਿੱਚ ਕੀ ਹੈ, ਖਰਚ ਬੱਚਾ ਉੱਪਰ ਨਹੀਂ ਕੀਤਾ ਜਾਂਦਾ ਜੋ ਕਿ ਫਾਰਮੈਲਿਟੀ ਹੁੰਦਾ ਹੈਗਾ। 9th ਪੁਆਇੰਟ ਕੀ ਬਣਦਾ ਹੈਗਾ ਕਿ ਇਸ ਵਿੱਚ ਬੱਚੇ ਨੂੰ ਭਾਈਚਾਰੇ ਦੀ ਭਾਵਨਾ ਸਿਖਾਈ ਜਾਂਦੀ ਹੈ। ਕੀ ਕੀਤਾ ਜਾਂਦਾ ਹੈਗਾ ਕਿ ਭਾਈਚਾਰੇ ਦੀ ਭਾਵਨਾਵਾਂ ਜਿਹੜੀ ਹੈਗੀ ਆ ਸਿਖਾਈ ਜਾਂਦੀ ਹੈ ਸਮਾਵੇਸ਼ੀ ਸਿੱਖਿਆ ਦੇ ਵਿੱਚ। ਤਾਂ ਏਕੀਕ੍ਰਿਤ ਜਿਹੜੀ ਹੁੰਦੀ ਹੈ, ਏਕੀਕ੍ਰਿਤ ਇੰਟੀਗ੍ਰੇਟਡ ਜਿਹੜੀ ਸਿੱਖਿਆ ਹੁੰਦੀ ਹੈ ਤਾਂ ਇਸ ਵਿੱਚ ਜਿਹੜੇ ਭਾਈਚਾਰੇ ਦੀ ਭਾਵਨਾ ਸਿਖਾਈ ਜਾਂਦੀ ਹੈ, ਪਰ ਸੁਵਿਧਾ ਜਿਹੜੀ ਹੈਗੀ ਹੈ ਸਿਖਾਈ ਜ਼ਰੂਰ ਜਾਂਦੀ ਹੈ ਪਰ ਇਸ ਦੀ ਸੁਵਿਧਾ ਪ੍ਰਦਾਨ ਜਿਹੜੀ ਹੈਗੀ ਆ ਨਹੀਂ ਕੀਤੀ ਜਾਂਦੀ, ਸੁਵਿਧਾ ਨਹੀਂ ਪ੍ਰਦਾਨ ਕੀਤੀ ਜਾਂਦੀ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ। ਉਸ ਤੋਂ ਬਾਅਦ 10ਵਾਂ ਪੁਆਇੰਟ ਕੀ ਹੈ ਕਿ ਇਸ ਵਿੱਚ ਸਾਰਿਆਂ ਨੂੰ ਹੀ ਸਿੱਖਿਆ ਨੂੰ ਜਿਹੜਾ ਹੈਗਾ ਪ੍ਰੋਵਾਈਡਰ ਕੀਤੀ ਜਾਂਦੀ ਹੈ, ਸਿੱਖਿਆ ਪ੍ਰੋਵਾਈਡ ਕੀਤੀ ਜਾਂਦੀ ਹੈ, ਸਾਰੇ ਬੱਚਿਆਂ ਨੂੰ ਹੀ ਸਿੱਖਿਆ ਪ੍ਰੋਵਾਈਡ ਕੀਤੀ ਜਾਂਦੀ ਹੈ। ਇਸ ਵਿੱਚ ਵੀ ਜਿਹੜੀ ਹੈਗੀ ਆ ਸੇਮ ਚੀਜ਼ ਹੈ ਕਿ ਇਸ ਵਿੱਚ ਵੀ ਜਿਹੜੀ ਹੈਗੀ ਸਮਾਵੇਸ਼ੀ ਸਿੱਖਿਆ ਦੇ ਵਿੱਚ ਵੀ ਅਤੇ ਏਕੀਕ੍ਰਿਤ ਵਿੱਚ ਵੀ ਦੋਨੇ ਸੇਮ ਪੁਆਇੰਟ ਨੇ, ਦੋਨਾਂ ਦੇ ਵਿੱਚ ਸਿੱਖਿਆ ਪ੍ਰੋਵਾਈਡ ਜਿਹੜੀ ਹੈਗੀ ਜ਼ਰੂਰ ਕੀਤੀ ਜਾਂਦੀ ਹੈ। 11 ਪੁਆਇੰਟ ਕੀ ਬਣਦਾ, ਇਸ ਵਿੱਚ ਬੱਚੇ ਨੂੰ ਵੱਖਰਾਪਣ ਮਹਿਸੂਸ ਨਹੀਂ ਹੁੰਦਾ ਕਿਉਂਕਿ ਬੱਚੇ ਨਾਲ ਕੋਈ ਵੀ ਜਿਹੜੀ ਹੈਗੀ ਹੈ ਹੀਨ ਭਾਵਨਾ ਨਹੀਂ ਕੀਤੀ ਜਾਂਦੀ। ਤਾਂ 11ਵੇਂ ਪੁਆਇੰਟ ਦੇ ਵਿੱਚ ਏਕੀਕ੍ਰਿਤ ਦੇ ਵਿੱਚ ਕੀ ਕਿਹਾ ਜਾਂਦਾ ਹੈ ਕਿ ਇਸ ਵਿੱਚ ਬੱਚੇ ਨੂੰ ਵੱਖਰਾਪਣ ਮਹਿਸੂਸ ਜ਼ਰੂਰ ਕਰਦੇ ਹਨ ਕਿਉਂਕਿ ਅਧਿਆਪਕ ਨਾਰਮਲ ਜਿਹੜੇ ਹੈਗੇ ਆ ਬੱਚਿਆਂ ਉੱਪਰ ਜ਼ਿਆਦਾ ਧਿਆਨ ਦਿੰਦੇ ਨੇ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। 12ਵਾਂ ਪੁਆਇੰਟ ਕੀ ਕਹਿੰਦਾ ਹੈ ਕਿ ਇਹ ਕੋਈ ਵੀ ਯੋਜਨਾ ਬਣਾਉਂਦੇ ਹੈ ਤਾਂ ਸਭ ਲਈ ਜਿਹੜੀ ਹੈਗੀ ਬਣਾਈ ਜਾਂਦੀ ਹੈ। ਜਿਹੜੀ ਕੋਈ ਵੀ ਇਹ ਸਮਾਵੇਸ਼ੀ ਸਿੱਖਿਆ ਦੇ ਵਿੱਚ ਯੋਜਨਾ ਬਣਾਈ ਜਾਂਦੀ ਹੈ ਉਹ ਸਾਰਿਆਂ ਦੇ ਲਈ ਬਣਾਈ ਜਾਂਦੀ ਹੁੰਦੀ ਹੈ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ। 12ਵਾਂ, ਇਸ ਵਿੱਚ ਯੋਜਨਾ ਸਿਰਫ ਜਨਰਲ ਬੱਚਿਆਂ ਨੂੰ ਹੀ ਤਾਂ ਇਸ ਏਕੀਕ੍ਰਿਤ ਦੇ ਵਿੱਚ ਕੀ ਹੁੰਦੀ ਹੈ ਕਿ ਸਮਾਵੇਸ਼ੀ ਸਿੱਖਿਆ ਦੇ ਜਿਹੜਾ ਹੈਗਾ ਜੋ ਉਹਦੇ ਵਿੱਚ ਯੋਜਨਾ ਬਣਾਈ ਜਾਂਦੀ ਹੈ ਤਾਂ ਉਹ ਜਿਹੜੀ ਯੋਜਨਾ ਬਣਾਈ ਜਾਂਦੀ ਹੈ ਉਹ ਕੋਈ ਵੀ ਹੋਵੇ, ਭਾਵੇਂ ਦੀ ਜਨਰਲ ਬੱਚਾ ਹੋਵੇ ਭਾਵੇਂ ਦੀ ਡਿਸੇਬਲ ਬੱਚਾ ਹੋਵੇ, ਦੋਨਾਂ ਵਾਸਤੇ ਬਣਾਈ ਜਾਂਦੀ ਹੈ। ਇਸ ਦੇ ਵਿੱਚ ਯੋਜਨਾ ਸਿਰਫ ਜਨਰਲ ਬੱਚਿਆਂ ਲਈ ਬਣਾਈ ਜਾਂਦੀ ਹੈ, ਡਿਸੇਬਲ ਬੱਚੇ ਇਹਦੇ ਵਿੱਚ ਨਹੀਂ ਲੈਤੇ ਜਾਂਦੇ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਉਸ ਤੋਂ ਬਾਅਦ ਆਉਂਦਾ ਕਿ ਹਿਸਟਰੀ ਆਫ ਸਪੈਸ਼ਲ ਐਜੂਕੇਸ਼ਨ। ਹਿਸਟਰੀ ਆਫ ਸਪੈਸ਼ਲ ਐਜੂਕੇਸ਼ਨ ਟੌਪਿਕ ਜਿਹੜਾ ਹੈਗਾ ਇਸ ਨੂੰ ਕਵਰ ਅਪ ਕਰਦੇ ਹਾਂ ਕਿ ਹਿਸਟਰੀ ਆਫ ਸਪੈਸ਼ਲ ਐਜੂਕੇਸ਼ਨ ਕਿਹੜੇ ਹੁੰਦੇ ਨੇ। ਫਾਦਰ ਆਫ ਸਪੈਸ਼ਲ ਐਜੂਕੇਸ਼ਨ, ਵਿਸ਼ੇਸ਼ ਸਿੱਖਿਆ ਦਾ ਪਿਤਾ ਜਿਹੜਾ ਹੈਗਾ ਕੌਣ ਸੀਗਾ, ਤਾਂ JSG ਈਟਾਵਰਡ ਸੀਗਾ। ਈਟਾਵਰਡ ਸੀਗਾ ਜਿਹੜਾ ਉਹਦਾ ਫਾਦਰ ਸੀਗਾ। ਸਪੈਸ਼ਲ ਐਜੂਕੇਸ਼ਨ ਦਾ ਜਿਹੜਾ ਫਾਦਰ ਸੀ GS ਜਿਹੜਾ ਹੈਗਾ ਈਟਵਰਡ ਸੀਗਾ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ, ਜੋ ਕਿ ਬੰਦਾ ਯੂਰਪ ਦੇ ਵਿੱਚੋਂ ਬਿਲੋਂਗ ਕਰਦਾ ਸੀ। ਤਾਂ ਇਸ ਦੁਆਰਾ 11ਵੀਂ ਅਤੇ 12ਵੀਂ ਕਲਾਸਾਂ ਦਾ ਵੱਡਾ ਜਿਹੜਾ ਹੈਗਾ ਵਿਕਟਰ ਨਾਮ ਦਾ ਬੱਚੇ ਨੂੰ ਕੀ ਕੀਤਾ ਜਿਹੜਾ ਹੈਗਾ ਇਸ ਦੁਆਰਾ ਈਟਵਰਡ ਦੁਆਰਾ ਕੀ ਕੀਤਾ ਗਿਆ, ਪੜ੍ਹਾਇਆ ਗਿਆ ਸੀਗਾ। 12ਵੀਂ ਅਤੇ 12ਵੀਂ ਕਲਾਸ ਦੇ ਬੱਚੇ ਨੂੰ ਈਟਵਰਡ ਨਾਮ ਦੇ ਇੱਕ ਬੱਚੇ ਨੂੰ, ਵਿਕਟਰ ਨਾਮ ਦੇ ਬੱਚੇ ਨੂੰ ਸਭ ਤੋਂ ਪਹਿਲੀ ਦੁਆਰਾ ਕੀ ਕੀਤਾ ਗਿਆ ਸੀਗਾ, ਪੜ੍ਹਾਇਆ ਗਿਆ ਸੀਗਾ। ਤਾਂ ਇਸ ਨੂੰ ਜਿਹੜਾ ਹੈਗਾ ਤਾਂ ਇਹ ਬੱਚਾ ਕੀ ਸੀਗਾ, ਵਿਕਾਰਤਗ੍ਰਸਤ ਸੀਗਾ। ਵਿਕਾਰਤ ਮਤਲਬ ਕੀ ਹੈ ਕਿ ਦਿਮਾਗੀ ਤੌਰ 'ਤੇ ਸਹੀ ਨਹੀਂ ਸੀਗਾ। ਤਾਂ ਸਭ ਤੋਂ ਪਹਿਲਾਂ ਜਿਹੜਾ ਹੈਗਾ JSG ਦੁਆਰਾ ਉਸ ਬੱਚੇ ਨੂੰ ਪੜ੍ਹਾਇਆ ਗਿਆ ਸੀਗਾ। ਉਸ ਤੋਂ ਬਾਅਦ ਸੈਕੰਡ ਜਿਹੜਾ ਆ ਜਾਂਦਾ ਹੈਗਾ ਸੁਣਨ ਅਤੇ ਉਦਯੋਗ ਬੱਚਿਆਂ ਲਈ ਜਿਹੜਾ ਹੈਗਾ ਸੁਣਨ ਲਈ ਬੱਚਿਆਂ ਦੇ ਲਈ ਸੁਣਨ ਲਈ ਮਸ਼ੀਨ ਤਿਆਰ ਕਰਵਾਈ ਗਈ ਸੀ। ਤਾਂ ਇਹ ਬਹੁਤ ਵਧੀਆ ਗੱਲ ਬਣਦੀ ਹੈ ਕਿ ਜਿਹੜੇ ਬੱਚਿਆਂ ਨੂੰ ਨਹੀਂ ਸੁਣਦਾ ਸੀ, ਜਿਹੜੇ ਬੱਚੇ ਬੋਲੇ ਸਨ, ਪੰਜਾਬੀ ਦੇ ਵਿੱਚ ਇੱਕ ਆਪਾਂ ਗੱਲ ਕਰੀਏ ਵੀ ਜੇਕਰ ਬੱਚੇ ਜਿਹੜੇ ਬੋਲੇ ਸੀਗੇ ਉਹਨਾਂ ਵਾਸਤੇ ਕੀ ਕੀਤਾ ਗਿਆ, ਇੱਕ ਮਸ਼ੀਨ ਦੀ ਸੁਵਿਧਾ ਪ੍ਰਦਾਨ ਕਰਵਾਈ ਗਈ
ਜੋ ਕਿ ਕੰਨਾਂ ਦੇ ਵਿੱਚ ਲੱਗ ਜਾਂਦੀ ਸੀ ਤੇ ਉਹਨਾਂ ਨੂੰ ਸੁਣਨ ਦੀ ਸਹੂਲਤ ਜਿਹੜੀ ਹੈਗੀ ਆ ਦਿੱਤੀ ਜਾਂਦੀ ਹੈ। ਬ੍ਰੇਲ ਕਿਹੜਾ ਸੀਗਾ, ਲੂਇਸ ਬ੍ਰੇਲ ਦਾ ਯੋਗਦਾਨ ਕੀ ਸੀਗਾ, ਉਹਦੇ ਬਾਰੇ ਵੀ ਦੇਖ ਲੈਂਦੇ ਹਾਂ। ਇਹ ਇੱਕ ਨੇਤਰਹੀਣ ਜਿਹੜੀ ਹੈਗੀ ਆ ਉਸ ਨਾਲ ਰਿਲੇਟ ਕਰਦਾ ਹੈਗਾ। ਇਸ ਦੁਆਰਾ ਅੰਨੇ ਬੱਚਿਆਂ ਲਈ ਜਿਹੜੇ ਹੈਗਾ ਬ੍ਰੇਨ ਲਿਪੀ ਲਿਖੀ ਗਈ ਸੀ। ਬਹੁਤ ਵੈਰੀ ਇੰਪੋਰਟੈਂਟ ਮੈਂ ਕਹੂੰਗਾ ਕਿ ਬ੍ਰੇਨ ਲਿਪੀ, ਠੀਕ ਹੈ ਨਾ। ਬ੍ਰੇਨ ਲਿਪੀ ਜਿਹੜੀ ਹੈਗੀ ਆ ਲੂਸਿਸ ਬ੍ਰੇਲ ਦੁਆਰਾ ਲਿਖੀ ਗਈ ਸੀਗੀ, ਜੋ ਕਿ ਅੰਨੇ ਬੱਚੇ, ਜੋ ਨੇਤਰਹੀਣ ਬੱਚੇ ਹੁੰਦੇ ਸੀਗੇ, ਉਹਨਾਂ ਦੇ ਲਈ ਜਿਹੜੀ ਹੈਗੀ ਆ ਇਹ ਚੀਜ਼ ਪ੍ਰਯੋਗ ਕੀਤਾ ਜਾਂਦਾ ਸੀਗਾ। ਐਗਜ਼ਾਮਪਲ ਤੌਰ 'ਤੇ ਅੱਖਰਾਂ ਨੂੰ ਜਿਹੜਾ ਹੈਗਾ ਹੱਥਾਂ ਨਾਲ ਛੂਹ ਕੇ ਪੜ੍ਹ ਕੇ ਜਿਹੜਾ ਹੈਗਾ ਉਹ ਦੱਸ ਦਿੰਦੇ ਸੀਗੇ। ਜਿਵੇਂ ਆਪਾਂ ਕਹਿ ਦਿੰਦੇ ਆ ਕੀ ਹੈ, ਇਹ ਊੜਾ ਹੈ ਨਾ, ਇਹ ਆੜਾ ਹੈਗਾ, ਇਹ ਸੱਸਾ ਹੈਗਾ, ਇਹ ਹਾਹਾ ਹੈਗਾ। ਤਾਂ ਉਹ ਕੀ ਕਰਦੇ ਸੀ, ਇਹਨਾਂ ਨੂੰ ਛੂਹ ਕੇ ਜਿਹੜੇ ਹੈਗੇ ਬੱਚੇ ਅੱਖਰਾਂ ਦੀ ਪਹਿਚਾਣ ਕਰ ਲੈਂਦੇ ਸੀਗੇ, ਜਿਸ ਨੂੰ ਕੀ ਬੋਲਿਆ ਜਾਂਦਾ ਸੀਗਾ, ਬ੍ਰੇਨ ਲਿਪੀ ਬੋਲਿਆ ਜਾਂਦਾ ਸੀਗਾ। ਤਾਂ ਉਹ ਲੂਸਿਸ ਬ੍ਰੇਲ ਦੁਆਰਾ ਜਿਹੜਾ ਹੈਗਾ ਪ੍ਰਯੋਗ ਕੀਤੀ ਗਈ ਸੀਗੀ। ਲੂਸਿਸ ਬ੍ਰੇਲ ਦੁਆਰਾ ਬ੍ਰੇਨ ਲਿਪੀ ਜਿਹੜੀ ਲਿਖੀ ਸੀਗੀ, ਬ੍ਰੇਨ ਲਿਪੀ ਜਿਹੜੀ ਲਿਖੀ ਗਈ ਸੀਗੀ, ਉਹ 1824 ਈਸਵੀ ਦੇ ਵਿੱਚ ਉਹਦੀ ਜਿਹੜੀ ਹੈਗੀ ਹੈ ਖੋਜ ਕੀਤੀ ਗਈ ਸੀ। ਤਾਂ ਇਸ ਚੀਜ਼ ਨੂੰ ਇੰਪੋਰਟੈਂਟ ਬਣੇਗੀ ਬਹੁਤ ਜ਼ਿਆਦਾ, ਤਾਂ ਜ਼ਰੂਰ ਯਾਦ ਰੱਖਿਓ। ਅੱਛਾ, ਉਸ ਤੋਂ ਬਾਅਦ ਟੌਪਿਕ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ CWSN, ਸਪੈਸ਼ਲ ਨੀਡ ਵਿਦ ਚਿਲਡਰਨ, ਜਿਹੜੇ ਹੈਗੇ ਸਪੈਸ਼ਲ ਜਿਹੜਾ ਹੈਗਾ ਚਿਲਡਰਨ ਵਿਦ ਸਪੈਸ਼ਲ ਨੀਡਸ, ਹੈ ਨਾ। ਸਪੈਸ਼ਲ ਨੀਡਸ ਵਾਲੇ, ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚੇ ਜਿਹੜੇ ਹੈਗੇ ਸੀਗੇ, ਕਿਹੜੇ ਹੁੰਦੇ ਨੇ, ਆਪਾਂ ਕੱਲ੍ਹ ਵੀ ਜਿਹੜਾ ਹੈਗਾ ਡਿਸਕਸ ਕੀਤਾ ਸੀਗਾ, ਉਹਨੇ ਨੂੰ ਜਿਹੜਾ ਹੈਗਾ ਅੱਗੇ ਡਿਸਕਸ ਕਰਦੇ ਹਾਂ। ਸਭ ਤੋਂ ਆਪਾਂ ਜੇਕਰ ਗੱਲ ਕੀਤੀ ਹੈ ਵਿਜ਼ੂਅਲ ਜਿਹੜਾ ਹੈਗਾ ਇੰਪੀਅਰਮੈਂਟ, ਦ੍ਰਿਸ਼ਟੀ ਸੰਬੰਧੀ ਵਿਕਾਰਤਾ ਵਾਲੇ ਬੱਚੇ, ਦ੍ਰਿਸ਼ਟੀ ਸੰਬੰਧੀ ਵਿਕਾਰਤਾ ਜਿਹੜੇ ਬੱਚਿਆਂ ਨੂੰ ਪ੍ਰੋਪਰਲੀ ਤੌਰ 'ਤੇ ਨਹੀਂ ਦਿਖਦਾ, ਉਹਨਾਂ ਦੀ ਗੱਲ ਕਰ ਰਿਹਾ। ਅੱਖਾਂ ਆਪਾਂ ਕਹਿੰਦਾ ਵੀ ਭਗਵਾਨ ਦਾ ਅੰਤਿਮ ਰੂਪ ਹੁੰਦੀਆਂ ਨੇ, ਅੰਤਿਮ ਤੋਹਫਾ ਹੁੰਦੇ, ਉੱਤਮ ਤੋਹਫਾ ਹੁੰਦੀਆਂ ਨੇ। ਇੱਕ ਮਨੁੱਖ ਆਪਣੇ ਆਲੇ ਦੁਆਲੇ ਬਾਰੇ ਗਿਆਨ ਇਹਨਾਂ ਰਾਹੀਂ ਹੀ ਪ੍ਰਾਪਤ ਕਰਦਾ ਹੈ। ਦ੍ਰਿਸ਼ਟੀ ਦੀ ਸਮਰੱਥਾ ਅੱਖਾਂ ਦੀ ਦੂਰ ਦੀਆਂ ਵਸਤੂਆਂ ਨੂੰ ਸਪਸ਼ਟ ਦੇਖਣ ਦੇ ਲਈ ਜਿਹੜਾ ਹੈਗਾ ਹੈਬਰਟ ਸੈਲਮ ਜਿਹੜਾ ਹੈਗਾ ਬੰਦਾ ਸੀਗਾ, ਇੱਕ ਹੈਬਰਟ ਸੈਲਮ ਉਹਦੇ ਦੁਆਰਾ ਇੱਕ ਚੀਜ਼ ਤਿਆਰ ਕੀਤੀ ਗਈ ਸੀਗੀ। ਮਨੁੱਖਾਂ ਦੀਆਂ ਅੱਖਾਂ ਦੀ ਨਜ਼ਰ ਚੈੱਕ ਕਰਨ ਦੇ ਲਈ ਹੈਬਰਟ ਸੈਲਮ ਦੁਆਰਾ ਇੱਕ ਸਲੇਮ ਤਿਆਰ ਕੀਤਾ ਗਿਆ। ਸਲੇਮ ਜਿਹੜਾ ਹੈਗਾ ਤੁਸੀਂ ਦੇਖਦੇ ਹੋਗੇ ਕਿ ਅੱਖਾਂ ਦੀ ਨਿਗਾਹ ਨੂੰ ਚੈੱਕ ਕਰਨ ਵਾਸਤੇ ਡਾਕਟਰ ਕੋਲ ਜਦੋਂ ਜਾਂਦੇ ਆ, ਉਹ ਚੈੱਕ ਕਰਨ ਵਾਸਤੇ ਇੱਕ ਚੀਜ਼ਾਂ ਜਿਹੜੀ ਹੈਗੀ ਆ ਉਸ ਦੇ ਤਿਆਰ ਕੀਤਾ ਗਿਆ ਦੁਬਾਰਾ ਵਿਕਸਿਤ ਕੀਤੇ ਗਏ ਸਲੈਮ ਚਾਰਟ ਦਾ ਮਤਲਬ ਕੀ ਹੁੰਦਾ, ਸਲੈਮ ਚਾਰਟ ਕੀ ਹੁੰਦਾ ਸੀਗਾ ਕਿ ਮੈਂ ਤੁਹਾਨੂੰ ਦੱਸ ਦਿੰਦਾ। ਜਦੋਂ ਤੁਸੀਂ ਕਿਸੇ ਡਾਕਟਰ ਕੋਲੇ ਜਾਂਦੇ ਹੋ ਨਾ, ਤਾਂ ਵੱਡੀ A ਪਾਈ ਹੋਊਗੀ, ਫਿਰ ਉਸ ਤੋਂ ਬਾਅਦ ਛੋਟੀ V ਪਾਈ ਹੋਊਗੀ, ਫਿਰ B, ਫਿਰ V, ਫਿਰ ਉਸ ਤੋਂ ਬਾਅਦ ਉਦੋਂ ਵੀ ਛੋਟੀ C, ਠੀਕ ਹੈ ਨਾ। ਫਿਰ ਉਦੋਂ ਬਾਅਦ ਫਿਰ ਜਿਹੜਾ ਹੈਗਾ ਕਈ ਵਾਰੀ 1 ਪਾਇਆ ਹੁੰਦਾ, ਵੱਡਾ 1, ਫਿਰ ਸੈਕਿੰਡ 2, ਫਿਰ ਉਸ ਤੋਂ ਵੀ ਛੋਟਾ 3 ਜਿਹੜਾ ਹੈਗਾ ਇੱਦਾਂ ਪਾਇਆ ਜਾਂਦਾ। ਇਹਨੂੰ ਸਲੈਮ ਚਾਰਟ ਬੋਲਿਆ ਜਾਂਦਾ ਹੈਗਾ। ਉਹ ਕਿਹਦੇ ਦੁਆਰਾ ਕੀਤਾ ਗਿਆ ਸੀਗਾ, ਹੈਬਰਟ ਸੈਲਮ ਦੁਆਰਾ ਜਿਹੜਾ ਹੈਗਾ ਉਹਦਾ ਪ੍ਰਯੋਗ ਕੀਤਾ ਗਿਆ। ਤੇ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ, ਇੰਪੋਰਟੈਂਟ ਬਣ ਸਕਦਾ ਹੈਗਾ। ਤਾਂ ਇਹਨਾਂ ਦੀ ਜਿਹੜੀ ਸੈਲਮ ਚਾਰਟ ਜਿਹੜੀ ਰਾਹੀਂ ਜਿਹੜਾ ਹੈਗਾ ਅੱਖਾਂ ਦੀ ਰੌਸ਼ਨੀ ਨਿਗਾਹ ਚੈੱਕ ਕੀਤੀ ਜਾਂਦੀ ਸੀ। ਅਤੇ ਇਸ ਵਿੱਚ ਚਾਰਟ ਦੀ ਸ਼ੁਰੂਆਤ ਜਿਹੜੀ ਹੈਗੀ ਹੈ ਵੱਡੀ E ਤੋਂ, ਵੈਰੀ ਇੰਪੋਰਟੈਂਟ ਇਹੀ ਪੁਆਇੰਟ ਬਣਦਾ ਤੁਹਾਡੇ ਵਾਸਤੇ ਕਿ ਇਹਦੀ ਜਿਹੜੀ ਸ਼ੁਰੂਆਤ ਹੈ ਨਾ ਉਹ ਕਿੱਥੋਂ ਕੀਤੀ ਗਈ ਸੀਗੀ, ਵੱਡੀ E ਤੋਂ ਕੀਤੀ ਗਈ ਸੀਗੀ। ਕਿੱਥੋਂ ਕੀਤੀ ਗਈ ਸੀਗੀ, ਵੱਡੀ E ਤੋਂ ਜਿਹੜੀ ਹੈਗੀ ਹੈ ਇਹਦੀ ਸ਼ੁਰੂਆਤ ਕੀਤੀ ਗਈ ਸੀ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ ਕਿ ਇਹਦੀ ਜਿਹੜੀ ਸ਼ੁਰੂਆਤ ਸੀ ਉਹ ਵੱਡੀ E ਤੋਂ ਜਿਹੜੀ ਹੈਗੀ ਹੈ ਕੀਤੀ ਗਈ ਸੀਗੀ। ਤਾਂ ਬਹੁਤ ਇੰਪੋਰਟੈਂਟ ਆਪਣੇ ਵਾਸਤੇ ਇਹ ਪੁਆਇੰਟ ਬਣ ਸਕਦਾ ਹੈਗਾ। ਪਰ ਜੇਕਰ ਵਿਅਕਤੀ ਦੀ ਦ੍ਰਿਸ਼ਟੀ ਵਿਕਾਰਤਾ ਹੋਵੇ ਅਤੇ ਉਸ ਨੂੰ ਸਪਸ਼ਟ ਰੂਪ ਵਿੱਚ ਦੇਖਣਾ ਨਹੀਂ, ਤਾਂ 20 ਫੁੱਟ ਦੀ ਜਿਹੜਾ ਹੈਗਾ 20 ਫੁੱਟ ਜਾਂ ਇਸ ਤੋਂ ਜ਼ਿਆਦਾ ਹੋਰ ਨੇੜੇ ਆਉਣ ਵਾਲੀਆਂ ਚੀਜ਼ਾਂ ਵਿਅਕਤੀ ਨੂੰ ਕਾਨੂੰਨੀ ਰੂਪ ਦੇ ਵਿੱਚ ਉਹਨਾਂ ਨੂੰ ਕੀ ਕਿਹਾ ਜਾਂਦਾ ਹੈਗਾ, ਨੇਤਰਹੀਣ ਕਿਹਾ ਜਾਂਦਾ। ਕਹਿਣ ਦਾ ਮਤਲਬ ਕੀ ਹੈ, ਨੇੜੇ ਤੋਂ ਘੱਟੋ ਘੱਟ 20 ਫੁੱਟ ਅਤੇ ਦੂਰ ਤੋਂ 200 ਫੁੱਟ, ਜਿਨ੍ਹਾਂ ਦੀ ਘੱਟੋ ਘੱਟ 20 ਫੁੱਟ ਜਿਹੜਾ ਹੁੰਦਾ ਤੇ ਵੱਧ ਤੋਂ ਵੱਧ ਜਿਹੜਾ ਹੈਗਾ 200 ਫੁੱਟ। ਜੇਕਰ ਆਪਾਂ ਕਹਿੰਦੇ ਨੇ ਦੂਰ ਦੀ ਨਿਗਾਹ ਜਿਹੜੀ ਹੈਗੀ ਹੈ 200 ਫੁੱਟ ਦੀ ਹੁੰਦੀ ਹੈ, ਨੇੜੇ ਦੀ ਨਿਗਾਹ ਜਿਹੜੀ ਹੁੰਦੀ ਹੈ 20 ਫੁੱਟ ਦੀ ਹੁੰਦੀ ਹੈ। ਜੇਕਰ ਇਹਨਾਂ ਦੇ ਵਿੱਚ ਵਿਅਕਤੀ ਨਹੀਂ ਦਿਖ ਸਕਦਾ, ਇਹਨਾਂ ਚੀਜ਼ਾਂ ਨੂੰ ਸਧਾਰਨ ਅੱਖਾਂ ਜਿਹੜੀਆਂ ਹੈਗੀਆਂ 200 ਫੁੱਟ ਤੱਕ ਦੇਖ ਸਕਦੀਆਂ ਹੁੰਦੀਆਂ ਨੇ, ਅਤੇ ਨੇੜੇ ਤੋਂ ਨੇੜੇ ਜਿਹੜੀਆਂ ਹੈਗੀਆਂ
20 ਫੁੱਟ ਦੇਖ ਸਕਦੀਆਂ ਨੇ। ਜੇਕਰ ਇਹ ਚੀਜ਼ਾਂ ਨਹੀਂ ਦੇਖ ਸਕਦੀਆਂ ਅੱਖਾਂ ਤਾਂ ਉਹਨਾਂ ਨੂੰ ਆਪਾਂ ਕਾਨੂੰਨੀ ਤੌਰ ਤੇ ਕੀ ਕਹਿ ਦਿੰਦੇ ਆ, ਨੇਤਰਹੀਣ ਕਿਹਾ ਜਾਂਦਾ ਗਾ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ। ਉਸ ਤੋਂ ਬਾਅਦ ਲੂਇਸ ਬ੍ਰੇਲਜ਼ ਨੇ ਜਿਹੜਾ ਹੈਗਾ, ਇਹ ਦੁਬਾਰਾ ਆ ਗਿਆ ਨਾ, ਹਾਂ ਇਹ ਵਾਲਾ, ਤਾਂ ਉਸ ਦੁਆਰਾ ਕੀ ਹੁੰਦਾ ਗਾ, ਨੇਤਰਹੀਣ ਜਿਹੜਾ ਹੈਗਾ ਇਹ ਚੀਜ਼ ਨੂੰ ਕਿਹਾ ਜਾਂਦਾ ਗਾ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਉਸ ਤੋਂ ਬਾਅਦ ਆ ਕਲਾਸੀਫਿਕੇਸ਼ਨ, ਵਰਗੀਕਰਨ ਕਿਵੇਂ ਕੀਤਾ ਗਿਆ ਇਹਨਾਂ ਦਾ, ਇਹਨਾਂ ਚੀਜ਼ਾਂ ਦਾ ਵਰਗੀਕਰਨ ਕਿਵੇਂ ਕੀਤਾ ਗਿਆ, ਤਾਂ ਉਸ ਚੀਜ਼ ਨੂੰ ਦੇਖਦੇ ਆ। ਵਰਗੀਕਰਨ ਵਿਜ਼ੂਅਲ ਇੰਪੀਅਰਮੈਂਟ, ਠੀਕ ਹੈ ਨਾ, ਦੋ ਭਾਗਾਂ ਦੇ ਵਿੱਚ ਦਾ ਬਲਾਈਂਡ, ਠੀਕ ਹੈ, ਇੱਕ ਤਾਂ ਹੁੰਦੇ ਨੇ ਪੂਰੇ ਨੇਤਰਹੀਣ ਜਿਨ੍ਹਾਂ ਨੂੰ ਕੁਛ ਨਹੀਂ ਦਿਖਦਾ ਹੁੰਦਾ, ਇੱਕ ਕੀ ਹੁੰਦਾ ਹੈਗਾ ਆਸਕ ਦ੍ਰਿਸ਼ਟੀ ਵਾਲੇ ਜਿਨ੍ਹਾਂ ਨੂੰ ਕੁਛ ਨਾ ਕੁਛ ਚੀਜ਼ਾਂ ਜਿਹੜੀਆਂ ਹੈਗੀਆਂ ਦੇਖਣ ਯੋਗ ਬਣਾਇਆ ਜਾ ਸਕਦਾ ਹੈਗਾ। ਉਹ ਦੋਨਾਂ ਚੀਜ਼ਾਂ ਬਾਰੇ ਆਪਾਂ ਡਿਸਕਸ ਜ਼ਰੂਰ ਕਰਾਂਗੇ, ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਜਿਹੜਾ ਹੈਗਾ, ਅੱਛਾ ਇੱਕ ਹੋਰ ਹੈ ਕਿ ਕਰੈਕਟਰਿਸਟਿਕਸ ਆਫ ਵਿਜ਼ੂਅਲ ਇੰਪੀਅਰਮੈਂਟ ਚਿਲਡਰਨ, ਵਿਸ਼ੇਸ਼ ਦ੍ਰਿਸ਼ਟੀ ਵਾਲੇ ਬੱਚੇ ਕਿਹੜੇ ਹੁੰਦੇ ਨੇ, ਉਹਨਾਂ ਨੂੰ ਵੀ ਆਪਾਂ ਦੇਖ ਲਵਾਂਗੇ ਵੀ ਕਿਹੜੇ ਕਿਹੜੇ ਹੁੰਦੇ ਨੇ। ਅੱਛਾ, ਜੇਕਰ ਉਹਨਾਂ ਦੀ ਤੁਹਾਨੂੰ ਦੱਸਿਆ ਜਾਊਗਾ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਕਾਰਨ ਵਿਅਕਤੀ ਦੀ ਨਿਗਾਹ ਸਾਫ਼ ਦਿਖਦੀ ਹੈ, ਜਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਕਾਰਨ ਬੰਦੇ ਦੀ ਨਿਗਾਹ ਜਿਹੜੀ ਹੈਗੀ ਆ ਸਾਫ਼ ਨਹੀਂ ਦਿਖਾਈ ਦਿੰਦੀ। ਤਾਂ ਮਾਈਸੋਪੀਆ ਕੀ ਹੁੰਦਾ ਹੈ ਕਿ ਨੇੜੇ ਦੀਆਂ ਵਸਤੂਆਂ ਸਾਫ਼ ਦਿਖਾਈ ਦਿੰਦੀਆਂ ਨੇ ਅਤੇ ਦੂਰ ਦੀਆਂ ਵਸਤੂਆਂ ਸਪਸ਼ਟ ਤੌਰ ਤੇ ਦਿਖਾਈ ਦਿੰਦੀਆਂ ਨੇ, ਸਪਸ਼ਟ ਤੌਰ ਤੇ ਦਿਖਾਈ ਦਿੰਦੀਆਂ ਨੇ। ਅਜਿਹੇ ਬੱਚੇ ਕਿਤਾਬਾਂ ਨੂੰ ਜਾਂ ਦੂਰ ਦੀਆਂ ਵਸਤੂਆਂ ਨੂੰ ਨੇੜੇ ਰੱਖ ਕੇ ਪੜ੍ਹਦੇ ਹਨ। ਇਹਨਾਂ ਦੇ ਲਈ ਜਿਹੜੇ ਹੈਗਾ ਕਨਕੇਵ ਲੈਂਸ ਦਾ ਇਸਤੇਮਾਲ ਕੀਤਾ ਜਾਂਦਾ। ਦੇਖੋ ਕਹਿਣ ਦਾ ਮਤਲਬ ਕੀ ਹੈ ਕਿ ਨੇੜੇ ਦੀਆਂ ਵਸਤੂਆਂ ਜਿਹੜੀਆਂ ਹੈਗੀਆਂ ਸਾਫ਼ ਦਿੰਦੀਆਂ ਨੇ, ਪਰ ਦੂਰ ਦੀਆਂ ਵਸਤੂਆਂ ਸਪਸ਼ਟ ਤੌਰ ਤੇ ਸਾਫ਼ ਨਹੀਂ ਦਿੰਦੀਆਂ। ਤਾਂ ਉਹਨਾਂ ਨੂੰ ਨੇੜੇ ਕਰਨ ਵਾਸਤੇ ਕਿਹੜਾ ਲੈਂਜ ਜਿਹੜਾ ਹੈਗਾ ਵਰਤਿਆ ਜਾਂਦਾ ਗਾ, ਤਾਂ ਉਹਨਾਂ ਨੂੰ ਨੇੜੇ ਦੇਖਣ ਵਾਸਤੇ ਕਨਕੇਵ ਲੈਂਜ ਦੀ ਜਿਹੜੀ ਹੈਗੀ ਆ ਜ਼ਰੂਰਤ ਪੈਂਦੀ ਹੈ। ਕਨਕੇਵ ਲੈਂਜ ਦੇ ਨਾਲ ਉਹ ਦੇਖਦੇ ਨੇ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖੋ, ਮਾਈਸੋਪੀਆ, ਠੀਕ ਹੈ ਨਾ, ਜ਼ਰੂਰ ਯਾਦ ਰੱਖੋ। ਉਸ ਤੋਂ ਬਾਅਦ ਹੈ ਹੈਮੋਮੀਟਰੋਪੀਆ, ਦੂਰ ਦ੍ਰਿਸ਼ਟੀ ਜਿਹਨੂੰ ਆਪਾਂ ਕਹਿ ਸਕਦੇ ਹਾਂ। ਇਸ ਵਿੱਚ ਬੱਚਾ ਜਿਹੜਾ ਹੈਗਾ ਦੂਰ ਦੀਆਂ ਵਸਤੂਆਂ ਨੂੰ ਸਾਫ਼ ਦੇਖ ਸਕਦਾ ਹੈ, ਪਰ ਨੇੜੇ ਦੀਆਂ ਵਸਤੂਆਂ ਨੂੰ ਸਾਫ਼ ਨਹੀਂ ਦੇਖ ਸਕਦਾ। ਤਾਂ ਇਹਦੇ ਵਿੱਚ ਕੀ ਹੁੰਦਾ ਹੈਗਾ, ਦੂਰ ਦੀਆਂ ਵਸਤੂਆਂ ਨੂੰ ਸਾਫ਼ ਦੇਖ ਸਕਦਾ ਹੈ, ਪਰ ਨੇੜੇ ਦੀਆਂ ਵਸਤੂਆਂ ਨੂੰ ਸਾਫ਼ ਨਹੀਂ ਦੇਖ ਸਕਦਾ। ਤਾਂ ਇਹਨਾਂ ਦਾ ਅੱਖਾਂ ਜਿਹੜਾ ਹੈਗਾ ਕਾਰਨਾਡੇਲਾ ਜਿਹੜਾ ਹੈਗਾ ਸੁੰਗੜ ਜਾਂਦਾ ਇਹਨਾਂ ਦੀਆਂ ਅੱਖਾਂ ਦਾ ਜਿਹੜਾ ਹੈਗਾ। ਇਸ ਵਿੱਚ ਜਿਹੜਾ ਹੈਗਾ ਕਨਕੇਵ ਉੱਤਰ ਲੈਂਸ ਦਾ ਪ੍ਰਯੋਗ ਕੀਤਾ ਜਾਂਦਾ। ਆਹ ਲੈਂਸ ਜਿਹੜੇ ਹੈਗੇ ਆ ਨਾ, ਇਹ ਲੈਂਸ ਜਿਹੜੇ ਹੈਗੇ ਆ ਨਾ, ਇਹਨਾਂ ਦਾ ਜਿਹੜਾ ਪ੍ਰਯੋਗ ਕੀਤਾ ਜਾਂਦਾ ਨਾ, ਤਾਂ ਇਹ ਆਪਣੇ ਵਾਸਤੇ ਬਹੁਤ ਇੰਪੋਰਟੈਂਟ ਬਣਦਾ ਹੈਗਾ। ਤੁਹਾਨੂੰ ਪੁੱਛਿਆ ਜਾਊਗਾ ਕਿ ਮਾਈਸੋਪੀਆ ਵਾਸਤੇ ਕਿਹੜਾ ਲੈਂਸ ਵਰਤਿਆ ਜਾਂਦਾ ਹੈ, ਹਾਈਪੋਮੀਟਰੋਪੀਆ ਵਾਸਤੇ ਕਿਹੜਾ ਲੈਂਸ ਵਰਤਿਆ ਜਾਂਦਾ ਹੈ। ਗੱਲ ਸੇਮ ਹੀ ਆ, ਬਸ ਉਹਨਾਂ ਦੀ ਵਰਕਿੰਗ ਦਾ ਫਰਕ ਹੈ। ਉਹਦੇ ਵਿੱਚ ਕਨਕੇਵ ਸੀਗਾ, ਇਹਦੇ ਵਿੱਚ ਕਨਕੇਵ ਉੱਤਰ ਲੈਂਸ ਵਰਤਿਆ ਜਾਂਦਾ ਹੈ ਨਾ। ਤਾਂ ਜ਼ਰੂਰ ਯਾਦ ਰੱਖਿਓ। ਐਸਟੀਮੇਸ਼ਨ ਜਿਹੜਾ ਹੁੰਦਾ ਹੈਗਾ, ਐਸਟੀਮੇਸ਼ਨ ਕੀ ਹੁੰਦਾ ਹੈਗਾ, ਬੱਚਾ ਦਾ ਧਿਆਨ ਜਿਹੜਾ ਹੈਗਾ ਸਮਾਂਤਰ ਰੇਖਾਵਾਂ, ਲੰਬਾਤਮਿਕ ਰੇਖਾਵਾਂ ਅਤੇ ਇੱਕ ਸਮੇਂ ਜਿਹੜਾ ਹੈਗਾ ਕੇਂਦਰਿਤ ਨਹੀਂ ਕਰ ਸਕਦੀਆਂ। ਇਸ ਵਾਸਤੇ ਇਸ ਬੱਚੇ ਨੂੰ ਨੇੜੇ ਅਤੇ ਦੂਰ ਦੀਆਂ ਵਸਤੂਆਂ ਦੋਵੇਂ ਹੀ ਧੁੰਦਲੀਆਂ ਦਿਖਾਈ ਦਿੰਦੀਆਂ ਹਨ। ਤਾਂ ਇਸ ਨੂੰ ਕੀ ਕਿਹਾ ਜਾਂਦਾ ਹੈਗਾ, ਐਸਟੀਮੇਸ਼ਨ ਕਿਹਾ ਜਾਂਦਾ ਹੈਗਾ। ਤਾਂ ਇਹਦੇ ਵਾਸਤੇ ਕੀ ਹੁੰਦਾ ਹੈਗਾ, ਜਿਹੜਾ ਹੈਗਾ ਇਹਦੇ ਵਾਸਤੇ ਕੀ ਹੋਊਗਾ, ਕੰਟਰੈਕਟ ਮੋੜਿਆ ਬਿੰਦੂ, ਠੀਕ ਹੈ, ਮੁੜਿਆ ਬਿੰਦੂ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਅੱਖਾਂ ਵਿੱਚ ਇੱਕ ਝਿੱਲੀ ਬਣ ਜਾਂਦੀ ਹੈ। ਸਾਹਮਣੇ ਆਉਣ ਵਾਲੀਆਂ ਚੀਜ਼ਾਂ ਜਿਹੜੀਆਂ ਚੰਗੀ ਤਰ੍ਹਾਂ ਜਿਹੜੀਆਂ ਹੈਗੀਆਂ ਨਹੀਂ ਦਿਖਦੀਆਂ, ਰੁਕਾਵਟ ਪੈਦਾ ਕਰਦੀ ਹੈ। ਇੱਕ ਪੁਆਇੰਟ ਦਿਖਦਾ ਹੈਗਾ। ਸਰਜਰੀ ਕਰਕੇ ਜਿਹੜਾ ਹੈਗਾ ਅੱਖ ਦੀ ਝਿੱਲੀ ਜਿਹੜੀ ਹੈਗੀ ਹੈ ਹਟਾਈ ਜਾਂਦੀ ਹੈ। ਅੱਖ ਦੇ ਉੱਪਰ ਇੱਕ ਜਿਹੜਾ ਹੈਗਾ ਜਿਹਨੂੰ ਆਪਾਂ ਮੋਤੀਆ ਬਿੰਦੂ ਵੀ ਕਹਿ ਸਕਦੇ ਹਾਂ, ਹੈ ਨਾ, ਮੋਤੀਆ, ਚਿੱਟਾ ਮੋਤੀਆ, ਕਾਲਾ ਮੋਤੀਆ ਉਤਰਿਆ ਆਉਂਦਾ ਨਾ, ਤਾਂ ਉਹਦੀ ਗੱਲ ਹੋ ਰਹੀ ਹੈ ਇਹ। ਤਾਂ ਉਹਦੇ ਜਿਹੜੀ ਅੱਖ ਦੇ ਉੱਪਰ ਕੀ ਹੋ ਜਾਂਦੀ ਹੈ, ਇੱਕ ਝਿੱਲੀ ਬਣ ਜਾਂਦੀ ਹੈ, ਅੱਖ ਦੇ ਉੱਪਰ ਇੱਕ ਪਰਦਾ ਬਣ ਜਾਂਦਾ ਹੈਗਾ। ਉਸ ਪਰਦੇ ਨੂੰ ਕੀ ਕੀਤਾ ਹੈਗਾ, ਸਰਜਰੀ ਕਰਕੇ ਕੀ ਕੀਤਾ ਜਾਂਦਾ ਹੈਗਾ, ਬਿਲਕੁਲ ਹੀ ਹਟਾਇਆ ਜਾਂਦਾ ਹੈਗਾ। ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈਗਾ, ਜਿਹੜਾ ਹੈਗਾ ਕੰਟਰੈਕਟਸ ਕਿਹਾ ਜਾਂਦਾ ਹੈਗਾ, ਕਾਰਟੈਕਟਸ, ਠੀਕ ਹੈ ਨਾ, ਮੋਤੀਆ ਬਿੰਦੂ। ਤਾਂ ਉਸ ਤੋਂ ਬਾਅਦ ਹੈਗਾ ਗਲੂਕੋਮਾ। ਇਹ ਅੱਖਾਂ ਦਾ ਜਿਹੜਾ ਹੈਗਾ ਦੁਖਦਾਇਕ ਰੋਗ ਹੁੰਦਾ ਹੈ। ਅੱਖਾਂ ਦੇ ਵਿੱਚ ਜਿਹੜਾ ਹੈਗਾ ਸਥਾਰਥ ਦਬਾਅ ਜਿਹੜਾ ਹੈਗਾ ਰਹਿੰਦਾ, ਅੱਖਾਂ ਮਤਲਬ ਕਿ ਦੁਖਦੀਆਂ ਰਹਿੰਦੀਆਂ ਨੇ। ਜੇਕਰ ਇਹ ਰੋਗ ਦਾ ਪਤਾ ਨਾ ਲੱਗੇ ਤਾਂ ਵਿਅਕਤੀ ਦਾ ਪੂਰਾ ਨੇਤਰਹੀਣ ਵੀ
ਹੋ ਸਕਦਾ। ਦੇਖੋ ਕਹਿਣ ਦਾ ਮਤਲਬ ਹੁੰਦਾ ਹੈ ਜਿਨ੍ਹਾਂ ਦੀਆਂ ਅੱਖਾਂ ਦਰਦ ਕਰਦੀਆਂ ਨੇ, ਜੇਕਰ ਉਹਨਾਂ ਨੂੰ ਤੁਸੀਂ ਚੰਗੇ ਸਮੇਂ ਸਿਰ ਨਹੀਂ ਦਿਖਾਇਆ ਨਾ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਉਹ ਬਹੁਤ ਵੱਡੀ ਮੁਸ਼ਕਲ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ, ਕਿਉਂਕਿ ਉਹ ਇੱਦਾਂ ਦਾ ਰੋਗ ਹੈ ਕਿ ਜੇਕਰ ਤੁਸੀਂ ਉਸ ਦੇ ਉੱਪਰ ਕੰਟਰੋਲ ਨਾ ਕੀਤਾ, ਤੁਸੀਂ ਪੂਰੀ ਤਰ੍ਹਾਂ ਨੇਤਰਹੀਣ ਹੋ ਸਕਦੇ ਹੋ। ਤਾਂ ਇਸ ਕਰਕੇ ਕੀ ਹੈ, ਉਹਦਾ ਪ੍ਰੋਪਰਲੀ ਚੰਗੀ ਤਰ੍ਹਾਂ ਜਿਹੜਾ ਹੈਗਾ ਟਰੀਟਮੈਂਟ ਹੋਣਾ ਚਾਹੀਦਾ, ਚੰਗੀ ਤਰ੍ਹਾਂ ਜਿਹੜਾ ਹੈਗਾ ਉਸ ਨੂੰ ਕਿਸੇ ਵਧੀਆ ਡਾਕਟਰ ਨੂੰ ਦਿਖਾਉਣਾ ਚਾਹੀਦਾ। ਉਸ ਤੋਂ ਬਾਅਦ ਨੈਕਸਟ ਕੀ ਹੈ, ਸਕੁਐਂਟਸ, ਭੈਂਗਾਪਣ ਜਿਹਨੂੰ ਆਪਾਂ ਕਹਿ ਸਕਦੇ ਹਾਂ। ਇਸ ਵਿੱਚ ਅੱਖਾਂ ਇੱਕ ਬਾਹਰ ਵੱਲ ਤੇ ਇੱਕ ਅੱਖ ਜਿਹੜੀ ਹੈਗੀ ਹੈ ਅੰਦਰ ਵੱਲ ਮੁੜ ਜਾਂਦੀ ਹੈ। ਕਹਿਣ ਦਾ ਮਤਲਬ ਕੀ ਹੈ, ਇੱਕ ਅੱਖ ਵੱਡੀ ਹੋ ਜਾਂਦੀ ਹੈ ਤੇ ਇੱਕ ਅੱਖ ਜਿਹੜੀ ਹੈਗੀ ਹੈ ਜਮਾਂ ਅੰਦਰ ਵੱਲ ਚਲੀ ਜਾਂਦੀ ਹੈ, ਠੀਕ ਹੈ ਨਾ। ਅੱਖ ਕਿੱਦਾਂ, ਜਿਸ ਨੂੰ ਆਪਾਂ ਭੈਂਗਾਪਣ ਕਹਿ ਸਕਦੇ ਵੀ ਅੱਖਾਂ ਦਾ ਸਹੀ ਡਾਇਰੈਕਸ਼ਨ ਨਹੀਂ ਹੁੰਦੀ, ਤਾਂ ਇਸ ਕਾਰਨ ਅੱਖਾਂ ਦੋਵੇਂ ਹੀ ਅੱਖ ਜਿਹੜੀ ਹੈਗੀ ਆ ਫੋਕਸ ਨਹੀਂ ਕਰ ਪਾਉਂਦੀਆਂ ਆਪਸ ਵਿੱਚ, ਦੋਨਾਂ ਦਾ ਅੱਖਾਂ ਦਾ ਫੋਕਸ ਨਹੀਂ ਹੁੰਦਾ। ਇਸ ਕਰਕੇ ਕਈ ਵਾਰ ਕੋਈ ਇੱਕ ਚੀਜ਼ ਦੋ ਵਾਰ ਜਿਹੜੀ ਹੈਗੀ ਆ ਦਿਖਾਈ ਦਿੰਦੀ ਹੈ। ਕਈ ਵਾਰ ਹੁੰਦੇ ਨੇ ਚੀਜ਼ਾਂ ਕਿ ਉਹਨਾਂ ਨੂੰ ਸਹੀ ਚੀਜ਼ਾਂ ਨਹੀਂ ਦਿਖਦੀਆਂ, ਉਹਨਾਂ ਨੂੰ ਸਹੀ ਡਾਇਰੈਕਸ਼ਨ ਨਹੀਂ ਦਿਖਦੀ, ਇੱਕ ਚੀਜ਼ ਦੋ ਵਾਰ ਦਿਖਾਈ ਦਿੰਦੀ ਹੈ, ਤਾਂ ਉਹ ਕੀ ਹੁੰਦਾ, ਜਿਹੜਾ ਹੈਗਾ ਸਕੁਐਂਟਸ ਹੁੰਦੇ ਨੇ, ਭੈਂਗਾਪਣ ਅੱਖਾਂ ਦੇ ਵਿੱਚ ਚਲਾ ਜਾਂਦਾ, ਅੱਖ ਇੱਕ ਵੱਡੀ ਅਤੇ ਛੋਟੀ ਹੋ ਜਾਂਦੀ ਹੈ। ਉਸ ਤੋਂ ਬਾਅਦ ਹੁੰਦਾ ਹੈਗਾ ਅੱਖਾਂ ਝਟਕਣਾ, ਠੀਕ ਹੈ ਜੀ। ਉਸ ਤੋਂ ਬਾਅਦ ਹੁੰਦਾ ਕੀ ਹੈ, ਅੱਖਾਂ ਝਟਕਣਾ, ਨੈਸਟਗਮਸ। ਤਾਂ ਅੱਖਾਂ ਵਾਰ-ਵਾਰ ਜਿਹੜਾ ਹੈਗਾ ਝਟਕਦੀਆਂ ਰਹਿੰਦੀਆਂ ਨੇ ਜਾਂ ਘੁੰਮਦੀਆਂ ਰਹਿੰਦੀਆਂ ਨੇ ਜਾਂ ਅੱਖਾਂ ਫੜਕੜਾਉਂਦੀਆਂ ਰਹਿੰਦੀਆਂ ਨੇ। ਇਹ ਦਿਮਾਗ ਦੀ ਗਲਤ ਕਿਰਿਆ ਨੂੰ ਦਰਸਾਉਂਦੀਆਂ ਨੇ। ਜੇਕਰ ਕੋਈ ਤੁਹਾਡਾ ਇੱਦਾਂ ਦਾ ਦਿਮਾਗੀ ਟੈਨਸ਼ਨ ਹੈ ਜਾਂ ਦਿਮਾਗੀ ਪ੍ਰੋਬਲਮ ਤੁਹਾਨੂੰ ਹੋਣ ਵਾਲੀ ਹੈ ਜਾਂ ਹੋਈ ਹੈ, ਤਾਂ ਉਸ ਚੀਜ਼ ਨੂੰ ਜਿਹੜੀ ਹੈਗੀਆਂ ਇਹ ਚੀਜ਼ਾਂ ਦਰਸਾਉਂਦੀਆਂ ਨੇ। ਆਈਕੂ, ਇਹਨਾਂ ਦਾ ਜਿਹੜਾ ਆਈਕੂ ਜਿਹੜਾ ਹੈਗਾ 75 ਤੋਂ 98 ਤੱਕ ਜਿਹੜਾ ਹੈਗਾ ਹੁੰਦਾ ਗਾ। ਇਹ ਸਧਾਰਨ ਬੱਚਿਆਂ ਤੋਂ ਜ਼ਿਆਦਾ ਵੱਖਰੇ ਨਹੀਂ ਹੁੰਦੇ। ਜਿਹੜੇ ਸਧਾਰਨ ਬੱਚੇ ਆ ਉਹਨਾਂ ਤੋਂ ਜ਼ਿਆਦਾ ਵੱਖਰੇ ਨਹੀਂ ਹੁੰਦੇ, ਉਹਨਾਂ ਦੇ ਬਰਾਬਰ ਦੇ ਹੀ ਹੁੰਦੇ ਨੇ। ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਇਹਨਾਂ ਬੱਚਿਆਂ ਨੂੰ ਸੈਲਫ ਕਾਨਫੀਡੈਂਸ ਘੱਟ ਹੁੰਦਾ ਗਾ, ਆਪਣੇ ਆਪ 'ਤੇ ਜਿਹੜਾ ਹੈਗਾ ਸੈਲਫ ਕਾਨਫੀਡੈਂਸ ਜਿਹੜਾ ਹੈਗਾ ਉਹ ਘੱਟ ਹੁੰਦਾ ਇਹਨਾਂ ਬੱਚਿਆਂ ਨੂੰ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ। ਕਾਜ਼ਸ ਕੀ ਹੈ, ਵਿਜ਼ੂਅਲ ਇੰਪੇਅਰਮੈਂਟ ਦੇ ਕੀ ਕਾਰਨ ਨੇ ਉਹਨਾਂ ਨੂੰ ਦੇਖ ਲੈਂਦੇ ਆ। ਵੀ ਅੱਖਾਂ ਸੰਬੰਧੀ ਵਿਕਾਰਤਾ ਹੋਣੀ, ਠੀਕ ਹੈ ਨਾ, ਆਕੂਲਰਸ, ਠੀਕ ਹੈ, ਆਮ ਬਿਮਾਰੀਆਂ, ਜਰਨਲ ਡਿਜ਼ੀਜ਼, ਚੋਟ ਲੱਗਣ ਕਾਰਨ, ਠੀਕ ਹੈ। ਕੋਈ ਵਾਰ ਇੱਦਾਂ ਹੁੰਦਾ ਕਿ ਅੱਖਾਂ ਦੇ ਵਿੱਚ ਜਿਹੜਾ ਹੈਗਾ ਅੱਖਾਂ ਸੰਬੰਧੀ ਕਈ ਬੰਦਿਆਂ ਨੂੰ ਵਿਕਾਰਤਾ ਹੋ ਜਾਂਦੀ ਹੈ। ਬਿਮਾਰੀਆਂ ਲੱਗਣ ਕਾਰਨ, ਜਰਨਲ ਕੋਈ ਬਿਮਾਰੀ ਲੱਗਣ ਕਾਰਨ, ਇਹਦੇ ਕਾਰਨ ਵੀ ਬੰਦੇ ਦੀ ਜਿਹੜੀ ਹੈਗੀ ਆ ਜਿਹੜੇ ਹੈਗੇ ਵਿਜ਼ੂਅਲ ਇੰਪੇਅਰਮੈਂਟ ਹੋ ਸਕਦੀ ਹੈ, ਵਿਕਾਰਤਾ ਹੋ ਸਕਦੀ ਹੈ। ਕਈ ਵਾਰੀ ਕੋਈ ਇੱਦਾਂ ਦਾ ਐਕਸੀਡੈਂਟ ਜਾਂ ਚੋਟ ਲੱਗਣ ਕਾਰਨ ਸਿਰ ਉੱਪਰ ਜਾਂ ਅੱਖਾਂ ਦੇ ਉੱਪਰ ਵੀ ਬੰਦੇ ਦੀ ਜਿਹੜੀ ਹੈਗੀ ਹੈ ਵਿਕਾਰਤਾ ਹੋ ਜਾਂਦੀ ਹੈ। ਅੱਗੇ ਦੇਖਾਂਗੇ। ਆਕੂਲਰ, ਅੱਖਾਂ ਸੰਬੰਧੀ ਜੇਕਰ ਗੱਲ ਕੀਤੀ ਜਾਵੇ ਉਹਦੇ ਬਾਰੇ ਆਪਾਂ ਦੇਖਦੇ ਹਾਂ। ਐਨਾਪੈਥਾਲਾਮੀਆ ਕੀ ਹੁੰਦਾ ਹੈ, ਇਸ ਵਿੱਚ ਅੱਖਾਂ ਵਿਕਸਿਤ ਨਹੀਂ ਹੁੰਦੀਆਂ। ਇਸ ਦੇ ਵਿੱਚ ਕੀ ਹੁੰਦੀਆਂ ਨੇ, ਅੱਖਾਂ ਵਿਕਸਿਤ ਨਹੀਂ ਹੁੰਦੀਆਂ। ਮਾਈਸੋਪੀਆ ਪੈਥੋਲਿਜ਼ਮ ਕੀ ਹੁੰਦਾ ਹੈ ਕਿ ਇਸ ਵਿੱਚ ਅੱਖਾਂ ਦਾ ਜਿਹੜਾ ਡੇਲਾ ਸਧਾਰਨ ਰੂਪ ਵਿੱਚ ਛੋਟਾ ਹੋ ਜਾਂਦਾ ਹੈਗਾ। ਉਸ ਤੋਂ ਬਾਅਦ ਹੈ ਅੰਟਰੀਡੀਆ, ਅੱਖਾਂ ਦੀ ਪੁਤਲੀ ਦਾ ਪਰਦਾ ਵਿਕਸਿਤ ਨਹੀਂ ਹੁੰਦਾ। ਜ਼ਰੂਰਤਮੰਦ ਜਮਾਂਦ, ਕਈ ਬੱਚੇ ਇੱਦਾਂ ਦੇ ਦਿਖੇ ਹੋਣਗੇ ਕਿ ਜਮਾਂਦਰੂ ਮੋਤੀਆ ਨਿਕਲਿਆ ਹੁੰਦਾ, ਉਹਨਾਂ ਦੇ ਅੱਖਾਂ ਦੇ ਉੱਪਰ, ਡੇਲੇ ਦੇ ਉੱਪਰ ਕੀ ਹੁੰਦਾ ਹੈਗਾ ਕਿ ਵਾਈਟ ਕਲਰ ਦੀ ਝਿੱਲੀ ਲੱਗੀ ਹੁੰਦੀ ਹੈਗੀ, ਉਹ ਜਮਾਂਦਰੂ ਮੋਤੀਆ ਹੁੰਦਾ ਹੈਗਾ। ਕਈ ਵਾਰ ਬਹੁਤ ਚਾਂਸ ਹੋ ਜਾਂਦੇ ਨੇ ਉਹ ਝਿੱਲੀ ਨੂੰ ਹਟਾ ਕੇ ਨਿਗਾਹ ਦੇ ਬਣਨ ਦੇ, ਕਿਉਂਕਿ ਉਹ ਬੱਚੇ ਇੱਦਾਂ ਦੇ ਬਹੁਤ ਜ਼ਿਆਦਾ ਕਈ ਵਾਰ ਹੁੰਦੇ ਨੇ ਇਹ ਜਿਹੇ ਬੱਚੇ ਕਿ ਉਹਨਾਂ ਦੇ ਉਹ ਜਮਾਂਦਰੂ ਮੋਤੀਆ ਜਿਹੜਾ ਹੈਗਾ ਉਤਰਿਆ ਹੁੰਦਾ। ਜਿਹੜਾ ਹੈਗਾ ਅੱਖਾਂ ਦੁਖਦੀਆਂ, ਨਵਜਾਤ ਦੀਆਂ ਬਿਮਾਰੀ ਜਿਹੜੀ ਹੈਗੀ ਨਵਜਾਤ ਦੀ ਬਿਮਾਰੀ, ਜਨਮ ਸਮੇਂ ਬੱਚੇ ਨੂੰ ਬਿਮਾਰੀ ਦੇ ਵਿੱਚ ਪੀੜਿਤ ਹੋ ਜਾਂਦੀ ਹੈ, ਠੀਕ ਹੈ। ਕੰਜੈਕਟਿਵਸ, ਅੱਖਾਂ ਦੁਖਣੀਆਂ ਜਾਂ ਅੱਖਾਂ ਆਉਂਦੀਆਂ ਜਿਹੜੀਆਂ ਹੁੰਦੀਆਂ ਨੇ, ਤਾਂ ਨਵਜਾਤ ਬਿਮਾਰੀ ਹੁੰਦੀ ਹੈ, ਉਹ ਜਨਮ ਦੇ ਵਿੱਚੋਂ ਹੀ ਸਟਾਰਟ ਹੁੰਦੀ ਹੈ। ਜਰਨਲ ਡਿਜ਼ੀਜ਼ ਕਿਹੜੀਆਂ ਹੁੰਦੀਆਂ ਨੇ, ਆਮ ਬਿਮਾਰੀਆਂ ਕਿਹੜੀਆਂ ਹੁੰਦੀਆਂ ਨੇ, ਸੈਲਫਿਸ ਭਾਰਤ ਵਿੱਚ ਜਿਹੜਾ ਹੈਗਾ ਨੇਤਰਹੀਣ ਦਾ ਮੁੱਖ ਕਾਰਨ ਜਿਹੜਾ ਹੈਗਾ 5 ਤੋਂ ਲੈ ਕੇ 15 ਸਾਲ ਦੇ ਬੱਚੇ ਜਿਹੜੇ ਹੈਗੇ ਆ ਇਹਦੇ ਵਿੱਚ ਆਉਂਦੇ ਨੇ। ਡਾਇਰੀਆ, ਇਸ ਨਾਲ ਵੀ ਅੱਖਾਂ ਦੀ ਜਿਹੜੀ ਹੈਗੀ ਵਿਕਾਰਤਾ ਹੋ ਜਾਂਦੀ ਹੈ। ਵਿਟਾਮਿਨ ਏ ਦੀ ਕਮੀ ਕਰਕੇ ਵੀ ਹੋ ਜਾਂਦੀ ਹੈਗੀ ਹੈ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ ਕਿ ਵਿਟਾਮਿਨ ਏ ਦੀ ਕਮੀ ਕਰਕੇ ਵੀ ਜਿਹੜੀ ਹੈਗੀ ਹੈ ਇਹਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ। ਉਸ ਤੋਂ ਬਾਅਦ ਹੈ ਇੰਜੁਆਇਰਸ, ਸੱਟ ਲੱਗਣ ਕਾਰਨ, ਕੋਈ ਇੱਦਾਂ ਦੀ ਚੋਟ ਲੱਗਣ ਕਾਰਨ
ਕਿਸੇ ਦੁਰਘਟਨਾ ਵਿੱਚ ਅੱਖਾਂ ਦੀ ਵਿਕਾਰਤਾ ਹੋਣਾ ਜਾਂ ਤੇਜ਼ਾਬ ਸੁੱਟਣ ਕਾਰਨ ਅੱਖਾਂ ਦੀ ਵਿਕਾਰਤਾ ਹੋਣ ਜਾਣਾ ਨਾਲ ਇਹ ਚੀਜ਼ਾਂ ਪ੍ਰੋਬਲਮ ਹੁੰਦੀਆਂ ਨੇ। ਅੱਖਾਂ ਉੱਪਰ ਸੱਟ ਲੱਗਣ ਕਾਰਨ ਵੀ ਨਿਗਾਹ ਜਿਹੜੀ ਹੈਗੀ ਹੈ ਚਲੀ ਜਾਂਦੀ ਹੈ, ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ। ਉਸ ਤੋਂ ਬਾਅਦ ਅਗਲਾ ਟੌਪਿਕ ਜਿਹੜਾ ਸਟਾਰਟ ਹੁੰਦਾ ਐਜੂਕੇਸ਼ਨ ਬੈਕਵਰਡ ਚਿਲਡਰਨ। ਸਿੱਖਿਆ ਵਿੱਚ ਪਿਛੜੇ ਹੋਏ ਬੱਚੇ ਕਿਹੜੇ ਹੁੰਦੇ ਨੇ? ਸਿੱਖਿਆ ਵਿੱਚ ਪਿਛੜੇ ਹੋਏ ਬੱਚੇ ਕਿਹੜੇ ਹੁੰਦੇ ਨੇ? ਜਿਹੜੇ ਸਕੂਲੀ ਕਿਰਿਆਵਾਂ ਵਿੱਚ ਤਰੱਕੀ ਵਿੱਚ ਸਧਾਰਨ ਰੂਪ ਵਿੱਚ ਅਯੋਗ ਦਰਸਾਉਂਦੇ ਨੇ, ਉਹਨਾਂ ਨੂੰ ਕੀ ਕਿਹਾ ਜਾਂਦਾ? ਸਿੱਖਿਆ ਵਿੱਚ ਪਿਛੜੇ ਬੱਚੇ ਕਿਹਾ ਜਾਂਦਾ। ਜਿਹੜੇ ਬੱਚੇ ਸਕੂਲਾਂ ਦਾ ਕੰਮ ਕਰਨ ਵਿੱਚ ਅਸਮਰਥ ਹੁੰਦੇ ਨੇ, ਕੀ ਹੁੰਦੇ ਨੇ? ਸਕੂਲਾਂ ਦਾ ਕੰਮ ਕਰਨ ਦੇ ਵਿੱਚ ਅਸਮਰਥ ਹੁੰਦੇ ਨੇ, ਉਹਨਾਂ ਨੂੰ ਕੀ ਕਿਹਾ ਜਾਂਦਾ ਗਾ? ਸਿੱਖਿਆ ਵਿੱਚ ਪਿਛੜੇ ਬੱਚੇ ਕਿਹਾ ਜਾਂਦਾ। ਜਿਵੇਂ ਬਾਟ ਸੀਗਾ ਇੱਕ ਬੰਦਾ, ਸਾਈਕੋਲੋਜਿਸਟ ਸੀਗਾ, ਉਸ ਬੰਦੇ ਨੇ ਕਿਹਾ ਸੀਗਾ ਕਿ ਇੱਕ ਪਿਛੜਿਆਂ ਬੱਚਾ ਉਹੀ ਹੁੰਦਾ ਜਿਹੜਾ ਆਪਣੇ ਸਕੂਲ ਦੀ ਕਿਰਿਆਵਾਂ ਵਿੱਚ ਆਪਣੀ ਉਮਰ ਦੇ ਹਿਸਾਬ ਨਾਲ ਆਮ ਕਲਾਸ ਨਾਲੋਂ ਘੱਟ ਕਲਾਸਾਂ ਦੇ ਵੀ ਕੰਮ ਦੇ ਯੋਗ ਨਹੀਂ ਹੁੰਦਾ। ਸਕੂਲੀ ਪ੍ਰਾਪਤੀ ਬਹੁਤ ਘੱਟ ਹੁੰਦੀ ਹੈ ਇਹਨਾਂ ਬੱਚਿਆਂ ਦੀ। ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ। ਇੰਪੋਰਟੈਂਟ ਬਣੇਗਾ ਇਹ ਪੁਆਇੰਟ ਕਿ ਜਿਨ੍ਹਾਂ ਬੱਚਿਆਂ ਦਾ 0 ਤੋਂ ਲੈ ਕੇ 25 ਤੱਕ IQ ਹੁੰਦਾ ਹੈ, ਉਹਨਾਂ ਨੂੰ ਬੁੱਧੂ ਬੱਚੇ ਕਿਹਾ ਜਾਂਦਾ ਗਾ। ਠੀਕ ਹੈ ਨਾ, ਆਈਡਲਸ ਕਿਹਾ ਜਾਂਦਾ ਗਾ। ਜਿਨ੍ਹਾਂ ਬੱਚਿਆਂ ਦਾ ਇੰਪੋਰਟੈਂਟ ਬਣ ਗਏ ਪੁਆਇੰਟ, ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਜਿਨ੍ਹਾਂ ਬੱਚਿਆਂ ਦਾ IQ ਜਿਹੜਾ ਹੈਗਾ ਉਹ 0 ਤੋਂ ਲੈ ਕੇ 25 ਤੱਕ ਹੁੰਦਾ, ਉਹਨਾਂ ਨੂੰ ਬੁੱਧੂ ਦੇ ਵਿੱਚ ਮੰਨਿਆ ਜਾਂਦਾ ਹੈ। ਜਿਨ੍ਹਾਂ ਬੱਚਿਆਂ ਦਾ IQ 25 ਤੋਂ 30 ਤੱਕ ਹੁੰਦਾ, ਉਹਨਾਂ ਨੂੰ ਜਿਹੜਾ ਹੈਗਾ ਮੰਦਬੁੱਧੀ ਬੱਚੇ ਕਿਹਾ ਜਾਂਦਾ ਗਾ। ਜਿਨ੍ਹਾਂ ਬੱਚਿਆਂ ਨੂੰ ਦਾ IQ 50 ਤੋਂ 75 ਤੱਕ ਹੁੰਦਾ, ਉਹਨਾਂ ਨੂੰ ਬੱਚਿਆਂ ਨੂੰ ਮੂਰਖ ਕਿਹਾ ਜਾਂਦਾ ਹੈ। ਅਤੇ ਜਿਨ੍ਹਾਂ ਬੱਚਿਆਂ ਦਾ IQ 75 ਤੋਂ 90 ਹੁੰਦਾ, ਉਹਨਾਂ ਨੂੰ ਸਧਾਰਨ ਮੂਰਖ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਜਿਹੜੇ ਹੈਗੇ ਸਧਾਰਨ ਬੱਚੇ, 90 ਤੋਂ ਬਾਅਦ ਜਿਹੜਾ ਹੈਗਾ ਸਧਾਰਨ ਬੱਚੇ ਆ ਜਾਂਦੇ ਨੇ। ਤਾਂ ਇਸ ਚੀਜ਼ ਨੂੰ, ਆਹ ਚਾਰਟ ਨੂੰ ਯਾਦ ਰੱਖਿਓ। ਮੈਂ ਕਹਿੰਦਾ 1 ਨੰਬਰ ਤੁਹਾਡਾ ਜ਼ਰੂਰ ਪੂਰਾ ਕਰ ਦੇਵੇਗਾ ਇਹ ਚਾਰਟ, ਤਾਂ ਇੰਪੋਰਟੈਂਟ ਬਣੇਗਾ। ਕਾਜ਼ਸ ਕੀ ਹੈ ਐਜੂਕੇਸ਼ਨ ਬੈਕਵਰਡ ਦੇ? ਕੀ ਕਾਰਨ ਹੋ ਸਕਦੇ ਨੇ? ਕਾਰਨ ਕੀ ਨੇ ਸਿੱਖਿਆ ਵਿੱਚ ਪਿਛੜੇ ਹੋਏ ਬੱਚਿਆਂ ਦੇ? ਠੀਕ ਹੈ, ਡਿਫੈਕਟਿਵ ਕੈਬਲ ਫੰਕਸ਼ਨਿੰਗ, ਦੋਸ਼ਪੂਰਨ ਦਿਮਾਗੀ ਕਿਰਿਆਵਾਂ। ਅੱਛਾ ਇੱਕ ਤੁਹਾਨੂੰ ਹੋਰ ਦੱਸ ਦਿੰਦਾ ਕਿ ਕਾਫੀ ਫੋਨ ਆਉਂਦੇ ਆ ਬੱਚਿਆਂ ਦੇ, ਸਟੂਡੈਂਟਾਂ ਦੇ, ਕਿ ਸਾਡਾ ਪੇਪਰ ਕਲੀਅਰ ਹੋ ਜਾਏਗਾ ਕਿ ਨਹੀਂ ਹੁੰਦਾ। ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸਣੀ ਚਾਹੁੰਦਾ ਕਿ ਕੋਈ ਵੀ ਪੇਪਰ ਹੋਵੇ, ਜ਼ਿੰਦਗੀ ਦਾ ਕੋਈ ਵੀ ਪੇਪਰ ਹੋਵੇ, ਠੀਕ ਹੈ ਨਾ, ਤੁਸੀਂ ਹਮੇਸ਼ਾ ਪੋਜ਼ੀਟਿਵ ਰਿਸਪੌਂਸ ਰੱਖਣਾ ਆਪਣਾ। ਠੀਕ ਹੈ ਨਾ, ਦੇਖੋ ਬਈ ਪੇਪਰ ਵੀ ਤੁਹਾਡੇ ਵਰਗੇ ਇਨਸਾਨ ਨੇ ਹੀ ਸੈੱਟ ਕੀਤਾ ਹੈ ਨਾ। ਤੁਹਾਡੇ ਵਰਗੇ ਇਨਸਾਨ, ਮੰਨ ਲਓ ਤੁਹਾਡੇ ਵਰਗੇ ਇਨਸਾਨ ਹੀ ਐਜੂਕੇਸ਼ਨ ਮਹਿਕਮੇ ਦੇ ਵਿੱਚ ਕੀ ਹੈ, ਸੈਕਟਰੀ ਨੇ। ਤੁਹਾਡੇ ਵਰਗੇ ਇਨਸਾਨ ਹੀ ਐਜੂਕੇਸ਼ਨ ਮਹਿਕਮੇ ਦੇ ਵਿੱਚ ਜਿਹੜੇ ਹੈਗੇ ਆ, ਜੋ ਪ੍ਰੀ ਪ੍ਰਾਇਮਰੀ ਨਰਸਰੀ ਕਲਾਸਾਂ ਦੇ ਜਿਹੜੇ ਹੈਗੇ ਆ, ਉਹਨਾਂ ਨੂੰ ਦੇਖਦੇ ਨੇ ਵੱਡੇ ਜਿਹੜੇ ਹੈਗੇ ਆ ਆਫਿਸਰ ਨੇ, ਹੈ ਨਾ। ਤਾਂ ਤੁਹਾਡੇ ਵਰਗੇ ਇਨਸਾਨ ਨੇ ਹੀ ਪੇਪਰ ਪਾਉਣਾ ਹੈ। ਠੀਕ ਹੈ ਨਾ, ਕੋਈ ਇੱਦਾਂ ਦਾ ਫਰਿਸ਼ਤਾ ਨਹੀਂ ਹੈਗਾ ਕੋਈ ਰੱਬ ਤੋਂ ਆ ਕੇ ਪੇਪਰ ਕਲੀਅਰ ਕਰੂਗਾ, ਤੁਹਾਡੇ ਦੇ ਵਿੱਚੋਂ ਹੀ ਕਲੀਅਰ ਕਰਨਗੇ। ਮੈਂ ਤੁਹਾਨੂੰ ਸ਼ੋਰਟ ਹੀ ਕਹਿਣਾ ਕਿ ਜੇਕਰ ਤੁਸੀਂ ਮੇਰਾ ਆਪਣੀ ਅਕੈਡਮੀ ਦੇ ਉੱਪਰੋਂ 60 ਨੰਬਰਾਂ ਵਾਲਾ ਪੋਰਸ਼ਨ ਜਿਹੜਾ ਹੈਗਾ ਪ੍ਰੋਪਰਲੀ ਤਰੀਕੇ ਨਾਲ, ਵਧੀਆ ਤਰੀਕੇ ਦੇ ਨਾਲ ਕੰਪਲੀਟ ਕਰ ਲੈਂਦੇ ਨਾ, ਮੈਂ ਤੁਹਾਨੂੰ ਕਹਿਣਾ ਵੀ 101% ਕਲੀਅਰ ਹੈ ਕਿ ਤੁਹਾਡਾ ਪੇਪਰ ਕੋਈ ਵੀ ਨਹੀਂ ਰੋਕ ਸਕਦਾ ਤੁਹਾਡਾ ਨੰਬਰ ਆਉਣ ਬਿਨਾਂ। ਠੀਕ ਹੈ ਨਾ, ਤੁਸੀਂ 60 ਨੰਬਰ ਵਾਲਾ ਪੋਰਸ਼ਨ ਵਧੀਆ ਕਰੋ। ਪੰਜਾਬ GK ਦੀਆਂ ਮੇਰੀਆਂ ਕਲਾਸਾਂ ਜਿਹੜੀਆਂ ਹੈਗੀਆਂ ਪਲੇਲਿਸਟ ਬਣੀ ਹੋਈ ਹੈ, ਮੈਂ ਸਾਰੇ ਸਟੂਡੈਂਟਾਂ ਨੂੰ ਕੀ ਕੀਤਾ ਹੋਇਆ ਕਿ ਉਹ ਪਲੇਲਿਸਟ ਅਲਾਉ ਕੀਤੀ ਹੋਈ ਹੈ। ਤੁਸੀਂ ਉਸ ਦੇ ਵਿੱਚ ਇਹ ਚੀਜ਼ਾਂ ਨੂੰ ਦੇਖ ਸਕਦੇ ਹੋ, ਹੈ ਨਾ। ਤਾਂ ਉਸ ਚੀਜ਼ਾਂ ਦੇ ਵਿੱਚ ਤੁਸੀਂ ਉਸ ਦਾ ਆਨੰਦ ਲੈ ਸਕਦੇ ਹੋ। ਹਿਸਟਰੀ ਦੀ ਬਣੀ ਹੋਈ ਹੈ, MCQ GK ਦੇ ਵਿੱਚ ਵਗੈਰਾ ਲਗਾਏ ਹੋਏ ਨੇ। ਬਾਕੀ ਸਟੂਡੈਂਟਾਂ ਦਾ ਮੈਂ ਕੀ ਕੀਤਾ ਹੋਇਆ, ਜਿਹੜੇ ਪੇਡ ਬੈਚ ਵਾਲੇ ਨੇ ਸਾਰਿਆਂ ਦਾ, ਉਹਨਾਂ ਦਾ ਜਿਹੜਾ ਹੈਗਾ ਪੋਲਿਟੀ ਦਾ ਵੀ ਸੈਸ਼ਨ ਰੱਖਿਆ ਹੋਇਆ ਸੀਗਾ, ਪੋਲਿਟੀ ਵੀ ਕੰਪਲੀਟ ਕਰਵਾਈ ਹੋਈ ਆ ਨਾ। ਤਾਂ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ। ਇੱਕ ਕਹਾਵਤ ਹੈ, ਆਈ ਕੈਨ ਡੂ ਇਟ। ਠੀਕ ਹੈ, ਆਪਾਂ ਕਰ ਸਕਦੇ ਹਾਂ, ਤੁਸੀਂ ਕਰ ਸਕਦੇ ਹੋ ਸਾਰੇ। ਤੁਸੀਂ ਹੀ ਪੇਪਰ ਦੇ ਜਿਹੜੇ ਹੈਗੇ ਇਸ ਪੋਸਟ ਦੇ ਹੱਕਦਾਰ ਹੋ, ਤੁਸੀਂ ਪੋਸਟ ਨੂੰ ਲੈ ਸਕਦੇ ਹੋ। ਬਸ ਇੰਨਾ ਧਿਆਨ ਰੱਖਿਓ ਕਿ ਤੁਸੀਂ ਆਪਣੇ ਦਿਮਾਗ ਦੇ ਵਿੱਚ ਇਹ ਜਿਹੜੀ ਹੈਗੀ ਹੈ ਗੱਲ ਰੱਖਣੀ ਹੈ ਕਿ ਪੇਪਰ ਨੂੰ ਚੰਗੀ ਤਰ੍ਹਾਂ ਅਟੈਂਪਟ ਕਰਨਾ। ਪੜ੍ਹਨਾ ਕੀ ਹੈ, ਚੰਗੀ ਤਰ੍ਹਾਂ ਕੁਐਸਚਨ ਨੂੰ ਪੜ੍ਹਨਾ, ਚੰਗੀ ਤਰ੍ਹਾਂ ਐਗਜ਼ਾਮੀਨਰ ਕੀ ਪੁੱਛ ਰਿਹਾ ਉਸ ਦੇ ਹਿਸਾਬ ਨਾਲ ਤੁਸੀਂ ਆਨਸਰ ਦੇਣਾ। ਪੇਪਰ ਕਲੀਅਰ ਕਰਨਾ ਕੋਈ ਵੱਡੀ ਗੱਲ ਨਹੀਂ ਹੁੰਦੀ। ਪੇਪਰ ਨੂੰ ਪੜ੍ਹਨਾ, ਚੰਗੀ ਤਰ੍ਹਾਂ ਪੜ੍ਹ ਕੇ ਉਸ ਦਾ ਆਨਸਰ ਦੇਣਾ
ਜਿਹੜੀ ਹੈਗੀ ਹੈ ਵੱਡੀ ਗੱਲ ਹੁੰਦੀ ਹੈ। ਕਈ ਵਾਰ ਇਦਾਂ ਦੇ ਹੁੰਦੇ ਆ ਓਵਰ ਕੌਨਫੀਡੈਂਸ ਵਾਲੇ ਬੱਚੇ ਹੁੰਦੇ ਆ, ਹਾਂ ਯਾਰ ਪੇਪਰ ਬੜਾ ਸੌਖਾ ਤੇ ਇਹਦਾ ਤਾਂ ਮੈਨੂੰ ਪਤਾ ਹੈ। ਉਹਨਾਂ ਨੇ ਪੁੱਛ ਲਿਆ ਵੀ ਦੋਸ਼ ਪੂਰਨ ਦਿਮਾਗੀ ਵਿੱਚ ਗ੍ਰਾਮ ਵਾਲੇ ਬੱਚੇ ਕਿਹੜੇ ਹੁੰਦੇ ਨੇ, 4 ਆਪਸ਼ਨਾਂ ਦਿੱਤੀਆਂ, ਚੱਕ ਵੀ ਟਿਕ ਲਾਤੀ। ਪਰ ਉਹਨਾਂ ਨੇ ਕੁਐਸਚਨ ਕਹਿਣ ਦਾ ਮਤਲਬ ਕੀ ਹੈ, ਠੀਕ ਹੈ ਨਾ। 50% ਤੁਹਾਡਾ ਪੇਪਰ ਆਪਸ਼ਨ ਤੇ ਡਿਪੈਂਡ ਹੁੰਦਾ ਹੈ, 50% ਤੁਹਾਡਾ ਪੇਪਰ ਜਿਹੜਾ ਹੈਗਾ ਤੁਹਾਨੂੰ ਕੁਐਸਚਨ ਤੇ ਡਿਪੈਂਡ ਹੁੰਦਾ ਹੈ ਨਾ। ਤਾਂ ਦੋਨੇ ਚੀਜ਼ਾਂ ਨੂੰ ਤੁਸੀਂ ਨਾਲ ਲੈ ਕੇ ਚੱਲਣਾ ਹੈਗਾ। ਪੇਪਰ ਡੋਂਟ ਵਰੀ ਸਾਰਿਆਂ ਦਾ ਕਲੀਅਰ ਹੋਵੇਗਾ, ਠੀਕ ਹੈ। ਬਟ ਹਾਂ ਇੰਨਾ ਕੁ ਜ਼ਰੂਰ ਯਾਦ ਰੱਖਿਓ ਕਿ ਸਾਰਿਆਂ ਨੇ 40% ਜਿਹੜੇ ਹੈਗੇ ਨੰਬਰ ਅਬਵ ਲੈਣੇ ਨੇ, ਠੀਕ ਹੈ ਨਾ। 40 ਨੰਬਰਾਂ ਤੋਂ ਉੱਪਰ ਲੈਣੇ ਨੇ ਤੁਸੀਂ। ਜੇਕਰ 40 ਨੰਬਰਾਂ ਤੋਂ ਤੁਹਾਡੇ ਨੰਬਰ ਘਟਦੇ ਆ ਤਾਂ ਐਮ ਸੌਰੀ ਤੁਸੀਂ ਕੁਝ ਨਹੀਂ ਲੱਗ ਸਕਦੇ, ਠੀਕ ਹੈ ਨਾ ਜੀ। ਤਾਂ ਮੈਂ ਤੁਹਾਨੂੰ ਇੱਕ ਗੱਲ, ਮੈਂ 60 ਨੰਬਰਾਂ ਵਾਲਾ ਪੋਰਸ਼ਨ ਤੁਹਾਨੂੰ ਇੰਨਾ ਕੁ ਕਰਵਾ ਰਿਹਾ ਕਿ ਤੁਹਾਨੂੰ ਇਹਦੇ ਵਿੱਚੋਂ ਮੇਰੇ ਅਕੋਰਡਿੰਗ ਜਿਹੜਾ ਹੈਗਾ 58 ਤੋਂ 59 ਕੁਐਸਚਨ ਤੁਹਾਨੂੰ ਇਹਦੇ ਵਿੱਚ ਦੇਖਣ ਨੂੰ ਮਿਲਣਗੇ। ਇਹ ਮੇਰਾ ਵਾਅਦਾ ਤੁਹਾਡੇ ਨਾਲ, ਠੀਕ ਹੈ ਨਾ। ਮੈਂ ਤੁਹਾਨੂੰ ਇੰਨਾ ਕੁ ਵਿਸ਼ਵਾਸ ਦਿਵਾਇਆ ਕਿ 60 ਦੇ 60 ਕੁਐਸਚਨ ਤੁਹਾਨੂੰ ਮਿਲਣਗੇ ਸਿਲੇਬਸ ਦੇ ਵਿੱਚੋਂ। ਪਰ ਕਈ ਵਾਰੀ ਤੁਹਾਡਾ ਉੱਪਰ ਨੀਚੇ ਹੋ ਸਕਦਾ, ਕੁਐਸਚਨ ਪੁੱਛਣ ਦਾ ਵੇ ਉੱਪਰ ਨੀਚੇ ਹੋ ਸਕਦਾ, ਪਰ 58 ਤੋਂ ਲੈ ਕੇ 59 ਤੱਕ ਤੁਹਾਡੇ 101% ਪੇਪਰ ਜਿਹੜਾ ਹੈਗਾ ਆਪਾਂ ਜਿੰਨਾ 60 ਨੰਬਰਾਂ ਦਾ ਕਰ ਰਹੇ ਹਾਂ ਇਹਦੇ ਵਿੱਚੋਂ ਤੁਹਾਨੂੰ ਦੇਖਣ ਨੂੰ ਜ਼ਰੂਰ ਮਿਲੇਗਾ। ਬਾਕੀ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿੰਨੀ ਕੀ ਸੈਲਫ ਸਟੱਡੀ ਕਰ ਰਹੇ ਹੋ, ਹੈ ਨਾ। ਤਾਂ ਪੇਪਰ ਡੋਂਟ ਵਰੀ ਸਾਰੇ ਕਲੀਅਰ ਕਰੋਗੇ। ਬਸ ਤੁਹਾਨੂੰ ਹੰਬਲ ਰਿਕੁਐਸਟ ਹੈ ਕਿ ਸਾਰੇ ਜਿਹੜੇ ਹੈਗੇ ਆ ਆਪਣੇ ਕੰਮਕਾਰ ਜਿਹੜੇ ਹੈਗੇ ਛੱਡ ਕੇ, ਆਹੀ 20 ਦਿਨ ਰਹਿ ਗਏ, 20 ਤਾਂ ਕਿਹੜੇ ਰਹਿ ਗਏ, 10 ਕੁ ਦਿਨ ਰਹਿ ਗਏ, ਹੈ ਨਾ। 10-12 ਦਿਨ ਰਹਿ ਗਏ। ਤਾਂ 10-12 ਦਿਨਾਂ ਦੇ ਵਿੱਚ ਤੁਸੀਂ ਆਪਣਾ ਇੰਨਾ ਕੁ ਤਿਆਰੀ ਕਰ ਲਓ ਕਿ ਤੁਹਾਨੂੰ ਇਹ ਹੋਵੇ ਵੀ ਯਾਰ ਪੇਪਰ ਮੇਰਾ ਕਲੀਅਰ ਹੋ ਗਿਆ, ਠੀਕ ਹੈ ਨਾ। ਤਾਂ ਆਪਾਂ ਕਰ ਸਕਦੇ ਹਾਂ, ਠੀਕ ਹੈ ਨਾ। ਹਰੇਕ ਬੰਦਾ ਇੱਕ IAS ਆਫੀਸਰ ਬਣਦਾ, ਉਹ ਵੀ ਆਪਣੇ 'ਚੋਂ ਬਣਦਾ। ਕਿਉਂਕਿ ਇੱਕ ਗੱਲ ਹੋਰ ਦੱਸਦਾ ਕਿ ਆਪਣੇ ਦਿਮਾਗ ਦਾ ਭਾਰ ਹੈ, ਇਹ GK ਦਾ ਕੁਐਸਚਨ ਹੈ 1450 ਗ੍ਰਾਮ ਦਾ, ਹੈ ਨਾ। ਸਾਰਿਆਂ ਦਾ, ਇਹ ਸਾਰਿਆਂ ਦਾ। ਇੱਕ ਜਿਹੜਾ IAS ਬਣਦਾ, IAS ਮਤਲਬ ਹੁੰਦਾ DC, ਆਪਾਂ ਪੰਜਾਬੀ 'ਚ ਕਹਿੰਦੇ ਆ ਜਿਹੜਾ ਹੈਗਾ DC, ਜਿਹੜਾ ਹੈਗਾ ਇੰਡੀਅਨ ਐਡਮਿਨਿਸਟ੍ਰੇਸ਼ਨ ਸਰਵਿਸ, ਠੀਕ ਹੈ ਨਾ, DC। ਅਤੇ ਇੱਕ ਜਿਹੜਾ ਬਣਦਾ PN, ਠੀਕ ਹੈ ਨਾ, PN, ਉਹ ਵੀ, ਉਹਦਾ ਵੀ ਦਿਮਾਗ ਜਿਹੜਾ ਹੈਗਾ 1450 ਗ੍ਰਾਮ ਦਾ। ਆਪਾਂ ਜਿਹੜੇ ਪੇਪਰ ਦੇ ਰਹੇ ਹਾਂ, ਹੈ ਨਾ, ਪੇਪਰ ਦੇ ਰਹੇ ਹਾਂ ਤਾਂ ਆਪਣਾ ਦਿਮਾਗ ਵੀ ਭਾਈ ਕਿੰਨਾ ਹੈ, 1450 ਗ੍ਰਾਮ ਦੀ ਆ। ਸਾਰਿਆਂ ਦਾ ਦਿਮਾਗ ਦਾ ਭਾਰ ਇੱਕੋ ਹੁੰਦਾ ਹੈਗਾ, ਕਿਸੇ ਦਾ ਕੋਈ ਫਰਕ ਨਹੀਂ ਹੈਗਾ, ਠੀਕ ਹੈ ਨਾ। ਤਾਂ ਆਪਾਂ ਸਿਰਫ ਡਿਪੈਂਡ ਇੰਨਾ ਹੈ ਕਿ ਆਪਾਂ ਕਿੰਨੀ ਕੁ ਚੀਜ਼ ਨੂੰ ਅੰਡਰਸਟੈਂਡਿੰਗ ਕਰ ਸਕਦੇ ਹਾਂ, ਕਿੰਨੀਆਂ ਕੁ ਚੀਜ਼ਾਂ ਨੂੰ ਸਮਝ ਸਕਦੇ ਹਾਂ। ਜੇਕਰ ਤੁਸੀਂ ਐਗਜ਼ਾਮੀਨਰ ਦਾ ਦਿਮਾਗ ਪੜ੍ਹਨਾ ਸਿੱਖ ਗਏ, ਮੈਂ ਕਹਿੰਦਾ ਵੀ ਤੁਹਾਡਾ ਕੋਈ ਵੀ ਪੇਪਰ ਰਹਿੰਦਾ ਨਹੀਂ। ਕੋਈ ਵੀ ਜ਼ਿੰਦਗੀ ਦੇ ਵਿੱਚ ਪੇਪਰ ਦੇ ਦਿਓ, ਕੋਈ ਵੀ ਨਹੀਂ ਰਹਿੰਦਾ, ਠੀਕ ਹੈ ਨਾ। ਪਰ ਤੁਸੀਂ ਕਿਸੇ ਬੰਦੇ ਦਾ ਦਿਮਾਗ ਪੜ੍ਹਨਾ ਜ਼ਰੂਰ ਸਿੱਖਣਾ ਹੋਵੇਗਾ, ਠੀਕ ਹੈ। ਉਹ ਜ਼ਰੂਰ ਤੁਸੀਂ ਉਹ ਸਿੱਖਿਆ ਤਾਂ ਹੀ ਜਾਵੇਗਾ ਜੇਕਰ ਆਪਣੇ ਉਸ ਸਿਲੇਬਸ ਦੀ ਤਿਆਰੀ ਹੋਵੇਗੀ। ਸਿਲੇਬਸ ਤੁਹਾਨੂੰ ਮੇਰੇ ਵੱਲੋਂ ਡੋਂਟ ਵਰੀ, ਤੁਹਾਨੂੰ ਜਿਹੜਾ ਹੈਗਾ ਕਰੀਕੁਲਮ ਤੁਹਾਨੂੰ ਪ੍ਰੋਪਰਲੀ ਕੰਪਲੀਟ ਕਰਵਾ ਦਿੱਤਾ ਗਿਆ। ਅੱਛਾ, ਮੇਰੇ ਕੋਲੋਂ ਨੈਸ਼ਨਲ ਐਜੂਕੇਸ਼ਨ ਪੋਲਿਸੀ 2020 ਕੰਪਲੀਟ ਹੈ ਜੀ, ਠੀਕ ਹੈ। ਕਰੀਕੁਲਮ ਦੀ ਅੱਜ ਕਲਾਸ ਜਿਹੜੀ ਹੈਗੀ ਆ ਅਪਲੋਡ ਹੋ ਚੁੱਕੀ ਹੈ, ਉਹ ਵੀ ਸਾਰਾ ਟੌਪਿਕ ਕੰਪਲੀਟ ਹੈ। CDP, ਹੈ ਨਾ, CDP ਦੀ ਜਿਹੜੀ ਹੈਗੀ ਆ 9ਵੀਂ ਕਲਾਸ ਜਿਹੜੀ ਹੈਗੀ ਆ ਆਪਾਂ ਸਟਾਰਟ ਕਰ ਰੱਖੀ ਹੈ। ਤਾਂ ਇਹਦੇ ਵਿੱਚ 15 ਤੋਂ 16 ਕਲਾਸਾਂ ਹੋਣਗੀਆਂ। ਅੱਜ ਕਲਾਸ ਮੈਂ ਕੋਸ਼ਿਸ਼ ਕਰ ਰਿਹਾ ਕਿ 2 ਕਲਾਸਾਂ ਇਹਨੂੰ ਤੁਹਾਨੂੰ ਅਪਲੋਡ ਕਰਾਂ, ਠੀਕ ਹੈ। 15 ਕੁ ਕਲਾਸਾਂ ਮੰਨੋ, ਕਿਉਂਕਿ ਇਹ ਜਿਹੜੇ ਪਹਿਲਾਂ ਬੈਚ ਲਾਏ ਆ ਉਹਦੇ ਹਿਸਾਬ ਨਾਲ ਮੈਂ ਇਸ ਕਲਾਸ ਨੂੰ ਥੋੜ੍ਹਾ ਜਿਹਾ ਟਾਈਮ ਜ਼ਿਆਦਾ ਦੇ ਕੇ ਜਿਹੜਾ ਹੈਗਾ ਬਣਾ ਰਿਹਾ ਹੈਗਾ, ਥੋੜ੍ਹਾ ਜਿਹਾ ਵੱਧ ਸਮਾਂ ਲਗਾ ਰਿਹਾ। ਉਹਦੇ ਵਿੱਚ ਜਿਹੜੀ ਹੈਗਾ 40 ਕੁ ਮਿੰਟ ਲੱਗ ਰਹੇ ਸੀ, ਇਸ ਦੇ ਵਿੱਚ ਜਿਹੜਾ ਹੈਗਾ ਘੰਟਾ ਸਵਾ ਘੰਟਾ ਦੇ ਵਿੱਚ ਆਪਾਂ ਲੈਕਚਰ ਓਵਰ ਕਰਾਂਗੇ। ਤਾਂ ਉਹਦੇ ਵਿੱਚ ਕੀ ਹੈ ਕਿ ਤੁਹਾਨੂੰ ਜ਼ਿਆਦਾ ਸਮਾਂ ਜਿਹੜਾ ਹੈਗਾ ਸਮੇਂ ਜ਼ਿਆਦਾ ਦੇ ਵਿੱਚ ਕਾਫੀ ਟੌਪਿਕ ਜਿਹੜੇ ਹੈਗੇ ਤੁਹਾਡੇ ਕਲੀਅਰ ਹੋ ਜਾਣਗੇ। ਤਾਂ ਡੋਂਟ ਵਰੀ, ਤੁਹਾਡਾ 12 ਇਹ ਹੈ ਵੀ 15 ਕਲਾਸਾਂ ਨੇ। ਅੱਜ ਜਿਹੜੀ ਹੈਗੀ 8 ਤਰੀਕ ਹੈ, 9, 10, 11, 12 ਤਰੀਕ ਤੱਕ ਤੁਹਾਡਾ CDP ਕੰਪਲੀਟ ਹੋ ਜਾਵੇਗੀ। 60 ਨੰਬਰ ਵਾਲਾ ਤੁਹਾਡਾ ਕੰਪਲੀਟ ਹੋ ਜਾਵੇਗਾ। ਤਾਂ ਮੇਰੀ ਕੋਸ਼ਿਸ਼ ਹੈ ਕਿ ਤੁਹਾਨੂੰ MCQਆਂ 'ਤੇ ਜ਼ੋਰ ਦਿੱਤਾ ਜਾਵੇ, ਹੈ ਨਾ। ਫਿਰ MCQ ਜ਼ਰੂਰ ਕਰਾਂਗੇ। ਉਸ ਤੋਂ ਬਾਅਦ ਹੈ ਕਿ ਡਿਫੈਕਟਿਵ ਕੈਵਲਲ ਜਿਹੜੇ ਫੰਕਸ਼ਨਿੰਗ, ਦੋਸ਼ਪੂਰਨ ਦਿਮਾਗੀ ਕਿਰਿਆਵਾਂ ਵਾਲੇ ਬੱਚੇ ਕਿਹੜੇ ਹੁੰਦੇ ਨੇ। ਸਿਧਾਂਤਮਿਕ ਸਿੱਖਿਆ, ਸਰੀਰਕ ਗੜਬੜੀ, ਜੇਕਰ ਬੱਚੇ ਦੇ ਦਿਮਾਗ ਤੌਰ 'ਤੇ ਸਹੀ ਨਹੀਂ ਹੈਗਾ ਤਾਂ ਸਕੂਲੀ ਸਿੱਖਿਆ ਨੂੰ ਸਿੱਖਣ ਲਈ ਮੁਸ਼ਕਲਾਂ ਜ਼ਰੂਰ ਆਉਣਗੀਆਂ। ਓਬਵੀਅਸਲੀ ਗੱਲ ਹੈ, ਜੇਕਰ ਬੱਚੇ ਦਾ ਦਿਮਾਗੀ ਤੌਰ 'ਤੇ ਤੰਦਰੁਸਤ ਨਹੀਂ ਹੈਗਾ ਤਾਂ ਬੱਚੇ ਨੂੰ ਜਿਹੜੀਆਂ ਹੈਗੀਆਂ ਸਿੱਖਿਆ ਨੂੰ ਸਿੱਖਣ ਦੇ ਵਿੱਚ ਮੁਸ਼ਕਲਾਂ ਤਾਂ ਆਉਣਗੀਆਂ, ਹੈ ਨਾ। ਤਾਂ ਇਸ ਵਿੱਚ ਬਿਲਕੁਲ ਹੀ ਬੁੱਧੂ ਬੱਚੇ ਹੁੰਦੇ ਨੇ ਜਿਹੜੇ ਕਿ
ਜਿਨ੍ਹਾਂ ਦਾ IQ ਕਿੰਨਾ ਹੁੰਦਾ ਹੈ 0 ਤੋਂ ਲੈ ਕੇ 25 ਤੱਕ ਹੁੰਦਾ ਹੈ। ਜਿਹੜੇ ਦਿਮਾਗੀ ਤੌਰ ਤੇ ਤੰਦਰੁਸਤ ਨਹੀਂ ਹੁੰਦੇ, ਜੇ ਉਹਨਾਂ ਨੂੰ ਬੁੱਧੂ ਬੱਚੇ ਕਿਹਾ ਜਾਂਦਾ, ਜਿਨ੍ਹਾਂ ਦਾ IQ ਜਿਹੜਾ ਹੈਗਾ 0 ਤੋਂ ਲੈ ਕੇ 25 ਤੱਕ ਹੁੰਦਾ ਹੈਗਾ। ਉਸ ਤੋਂ ਬਾਅਦ ਹੈ ਸਬ ਨਾਰਮਲ ਫਿਜ਼ੀਕਲ ਡਿਵੈਲਪਮੈਂਟ, ਸਧਾਰਨ ਨਾਲੋਂ ਘੱਟ ਸਰੀਰਕ ਵਿਕਾਸ ਜਿਹੜਾ ਹੈਗਾ। ਬਾਰਟ ਇੱਕ ਮਨੋਵਿਗਿਆਨੀ ਸੀਗਾ, ਠੀਕ ਹੈ, ਐਜੂਕੇਸ਼ਨਿਸਟ ਕਹਿ ਸਕਦੇ ਹਾਂ ਆਪਾਂ। ਬਾਰਟ ਦੁਆਰਾ ਕਿਹਾ ਗਿਆ ਸੀ ਕਿ ਸਧਾਰਨ ਮਨੁੱਖ ਨਾਲੋਂ ਕਿਸੇ ਵੀ ਵਿਅਕਤੀ ਦਾ ਅੰਗ ਜਾਂ ਸਰੀਰਕ ਪੱਖੋਂ ਕਿਤੋਂ ਵੀ ਅਪਾਹਿਜ ਹੈ ਤਾਂ ਉਹ ਸਰੀਰਕ ਵਿਕਲਤਾ ਵਿੱਚ ਆਉਂਦਾ ਹੈ। ਕੀ ਕਰਦਾ ਹੈ? ਜੇਕਰ ਕੋਈ ਵੀ ਬੱਚੇ ਦਾ ਕੋਈ ਵੀ ਅੰਗ ਕਿਤਾ ਵੀ ਕਿੰਨੇ % ਵੀ ਹੋਵੇ, ਘੱਟ ਹੋਵੇ ਵੱਧ ਹੋਵੇ, ਤਾਂ ਉਹ ਕਿਹਦੇ ਵਿੱਚ ਆਊਗਾ? ਸਰੀਰਕ ਵਿਕਲਤਾ ਦੇ ਵਿੱਚ ਆਵੇਗਾ। ਉਸ ਤੋਂ ਬਾਅਦ ਆਉਂਦਾ ਹੈਗਾ ਫਿਜ਼ੀਕਲ ਡਿਫੈਕਟਿਵ ਐਂਡ ਡਿਜ਼ੀਜ਼, ਸਰੀਰ ਵਿੱਚ ਵਿਕਾਰਤਾ ਅਤੇ ਰੋਗਾਂ ਦੇ ਨਾਲ ਜਿਹੜੇ ਹੈਗੇ ਪੀੜਤ ਹੁੰਦੇ ਨੇ। ਸਰੀਰ ਵਿੱਚ ਪੌਸ਼ਟਿਕ ਤੱਤਾਂ ਦੀ ਘਾਟ ਕਾਰਨ ਚੰਗਾ ਭੋਜਨ ਜੇਕਰ ਬੱਚੇ ਨੂੰ ਨਹੀਂ ਦਿੱਤਾ ਜਾਂਦਾ ਤਾਂ ਉਸ ਦਾ ਜਿਹੜਾ ਹੈਗਾ ਸਰੀਰ ਦੀ ਵਿਕਾਰਤਾ, ਕਾਫੀ ਸਾਰੇ ਰੋਗਾਂ ਦਾ ਜਿਹੜਾ ਹੈਗਾ ਜਿਹੜਾ ਸ਼ਿਕਾਰ ਹੋ ਜਾਂਦਾ ਹੈਗਾ। ਕਈ ਵਾਰ ਬੱਚਿਆਂ ਨੂੰ ਕੋਹੜ ਦੇ ਰੋਗ ਵੀ ਲੱਗ ਜਾਂਦੇ ਨੇ। ਕਈ ਵਾਰ ਇਦਾਂ ਦੇ ਰੋਗ ਹੁੰਦੇ ਨੇ ਕਿ ਬੱਚਿਆਂ ਨੂੰ ਕੋਹੜ ਦੇ ਰੋਗ ਲੱਗ ਜਾਣਾ, ਹੈ ਨਾ, ਤਾਂ ਉਹ ਰੋਗ ਜਿਹੜੇ ਹੈਗੇ ਆ ਉਹਨਾਂ ਰੋਗਾਂ ਦੇ ਨਾਲ ਵੀ ਕਾਫੀ ਬੱਚੇ ਜਿਹੜੇ ਹੈਗੇ ਆ ਜਿਹੜਾ ਹੈਗਾ ਅਪਾਹਜਤਾ ਦਾ ਸ਼ਿਕਾਰ ਹੋ ਜਾਂਦੇ ਨੇ। ਕਈ ਵਾਰ ਬੱਚਿਆਂ ਨੂੰ TB ਹੋ ਜਾਂਦੀ ਹੈ, ਖਾਂਸੀ, ਹੈ ਨਾ, TB ਹੋ ਜਾਂਦੀ ਹੈ। ਮੈਂ ਤੁਹਾਨੂੰ ਇਹ ਵੀ ਦੱਸਾਂਗਾ ਵੀ TB ਦੀ ਫੁੱਲ ਫਾਰਮ ਕੀ ਹੈ। TB ਨੂੰ ਦੂਰ ਕਰਨ ਵਾਸਤੇ ਕਿਹੜੀ ਜਿਹੜੀ ਹੈਗੀ ਵੈਕਸੀਨ ਲਾਈ ਜਾਂਦੀ ਹੈ। ਤਾਂ CDP ਦਾ ਲੈਕਚਰ ਸਾਰੇ ਤਿਆਰ ਨੇ, ਓਲਡ ਸਟੂਡੈਂਟਾਂ ਦਾ ਉਹ ਲੈਕਚਰ ਰਹਿੰਦਾ ਹੈਗਾ, ਤਾਂ ਓਲਡ ਸਟੂਡੈਂਟ ਥੋੜ੍ਹਾ ਜਿਹਾ ਸਬਰ ਕਰਨ, ਠੀਕ ਹੈ। ਮੈਂ ਜਲਦੀ ਜਿਹੜਾ ਤੁਹਾਨੂੰ ਵੈਕਸੀਨੇਸ਼ਨ ਵਾਲਾ ਟੌਪਿਕ ਜਿਹੜਾ ਹੈਗਾ ਕਰਵਾਵਾਂਗਾ, ਤਾਂ ਉਹ ਵੀ ਆਪਾਂ ਜਲਦੀ ਕਰਾਂਗੇ। ਉਸ ਤੋਂ ਬਾਅਦ ਲਾਅ ਜਰਨਲ ਜਿਹੜਾ ਹੈ ਇੰਟੈਲੀਜੈਂਸ, ਘੱਟ ਸਧਾਰਨ ਬੌਧਿਕਤਾ। ਘੱਟ ਸਧਾਰਨ ਬੌਧਿਕਤਾ ਵਾਲੇ ਬੱਚੇ ਦਾ ਸਧਾਰਨ ਜਿਹੜਾ ਹੈਗਾ ਬੱਚਿਆਂ ਨਾਲੋਂ ਬਹੁਤ ਜਿਹੜਾ ਹੈਗਾ IQ ਘੱਟ ਹੁੰਦਾ। ਇਹਨਾਂ ਬੱਚਿਆਂ ਦਾ IQ ਜਿਹੜਾ ਹੈਗਾ 0 ਤੋਂ 25 ਤੱਕ ਹੀ ਹੁੰਦਾ ਹੈ, ਜੋ ਕਿ ਬਲਕਿ ਸਧਾਰਨ ਬੱਚਿਆਂ ਦਾ IQ ਜਿਹੜਾ ਹੈਗਾ 90 ਤੋਂ 110। ਹੁਣ ਮੈਂ ਤੁਹਾਨੂੰ ਸਾਰਿਆਂ ਦਾ ਦੱਸ ਦਿੱਤਾ ਸੀ, ਸਧਾਰਨ ਬੱਚਿਆਂ ਦਾ IQ ਨਹੀਂ ਦੱਸਿਆ ਸੀਗਾ, ਹੈ ਨਾ। ਸਧਾਰਨ ਬੱਚਿਆਂ ਦਾ IQ ਜਿਹੜਾ ਹੈਗਾ 90 ਤੋਂ 110 ਜਿਹੜਾ ਹੈਗਾ, ਹੁਣ ਤਾਂ ਰੱਟਾ ਲਾ ਲਿਓ ਜੀ, 110 ਤੱਕ ਜਿਹੜਾ ਹੈਗਾ ਹੁੰਦਾ ਸਧਾਰਨ ਬੱਚਿਆਂ ਦਾ IQ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਹੋਮ ਕੰਡੀਸ਼ਨ ਮਾਤਾ ਪਿਤਾ ਦੀ ਗਰੀਬੀ ਕਾਰਨ, ਘਰ ਵਿੱਚ ਮਾਤਾ ਪਿਤਾ ਦੀ ਗਰੀਬੀ ਕਾਰਨ ਜਿਹੜਾ ਹੈਗਾ ਬੱਚਿਆਂ ਨੂੰ ਬਿਮਾਰੀ ਤੌਰ 'ਤੇ ਪੂਰਾ ਵਿਕਸਿਤ ਨਹੀਂ ਹੁੰਦੇ। ਘਰ ਵਿੱਚ ਗਰੀਬੀ ਹੋਣ ਕਾਰਨ ਮਾੜਾ ਜਿਹੜਾ ਹੈਗਾ ਮਾਤਾ ਪਿਤਾ ਵਿੱਚ ਬੱਚੇ ਨੂੰ ਜਿਹੜਾ ਹੈਗਾ ਕੰਮ ਉੱਪਰ ਲਗਾ ਦਿੰਦੇ ਨੇ, ਜਿਸ ਕਰਕੇ ਬੱਚਾ ਆਪਣੀ ਸਟੱਡੀ ਦੇ ਵਿੱਚੋਂ ਵੀ ਵਿਕਲਤਾ ਰਹਿ ਜਾਂਦਾ ਹੈਗਾ। ਟੁੱਟੇ ਪਰਿਵਾਰ, ਠੀਕ ਹੈ, ਬ੍ਰੋਕਨ ਹੋਮ, ਮਾਤਾ ਪਿਤਾ ਦਾ ਤਲਾਕ ਹੋਣਾ ਬੱਚੇ ਦੇ ਉੱਪਰ ਬਹੁਤ ਵੱਡੀ ਜਿਹੜੀ ਹੈਗੀ ਹੈ ਜਿਹੜੀ ਬਹੁਤ ਵੱਡਾ ਗਲਤ ਅਸਰ ਪਾ ਦਿੰਦੀ ਹੈ। ਮਾਤਾ ਪਿਤਾ ਦੇ ਬੱਚੇ ਦੇ ਉੱਪਰ ਦਬਾਅ ਹੋਣਾ, ਕਈ ਵਾਰੀ ਇੱਦਾਂ ਦੇ ਮਾਤਾ ਪਿਤਾ ਹੁੰਦੇ ਆ ਕਿ ਬੱਚੇ ਦੇ ਉੱਪਰ ਪ੍ਰੈਸ਼ਰ ਬਣਾ ਕੇ ਰੱਖਦੇ ਆ, ਉਹ ਵੀ ਜਿਹੜੀਆਂ ਚੀਜ਼ਾਂ ਚੰਗੀਆਂ ਨਹੀਂ ਹੁੰਦੀਆਂ। ਸੇਮਾ ਕੀ ਆ ਅਦਰ, ਤਾਂ ਰਿਲੇਟਡ ਟੂ ਜਿਹੜਾ ਹੈਗਾ ਐਜੂਕੇਸ਼ਨ, ਸਿੱਖਿਆ ਸੰਬੰਧੀ ਕਾਰਨ, ਪੂਅਰ ਟੀਚਰ ਸਟੂਡੈਂਟਸ ਰਿਲੇਸ਼ਨਸ਼ਿਪ, ਠੀਕ ਹੈ ਜੀ। ਅਧਿਆਪਕ ਅਤੇ ਵਿਦਿਆਰਥੀ ਵਿੱਚ ਇੱਕ ਚੰਗਾ ਤਣਾਅਪੂਰਨ ਸੰਬੰਧ ਹੋਣਾ ਚਾਹੀਦਾ ਹੈ। ਅਧਿਆਪਕ ਟੀਚਰ ਦੇ ਵਿੱਚ ਇੱਕ ਵਧੀਆ ਸੰਬੰਧ ਹੋਣਾ ਚਾਹੀਦਾ, ਤਾਂ ਜੋ ਅਧਿਆਪਕ ਅਤੇ ਟੀਚਰ ਜਿਹੜਾ ਹੈਗਾ ਅਧਿਆਪਕ ਬੱਚੇ ਨੂੰ ਕੀ ਕਰ ਸਕੇ, ਚੰਗੀ ਤਰ੍ਹਾਂ ਸਮਝ ਸਕੇ, ਅਧਿਆਪਕ ਬੱਚੇ ਨੂੰ ਚੰਗੀ ਤਰ੍ਹਾਂ ਸਮਝ ਸਕੇ। ਉਸ ਤੋਂ ਬਾਅਦ ਹੁੰਦਾ ਹੈ ਕੰਟੀਨਿਊ ਫੇਲੀਅਰ, ਬੱਚਾ ਲਗਾਤਾਰ ਸਕੂਲ ਵਿੱਚ ਫੇਲ ਹੁੰਦਾ ਹੈਗਾ। ਕਈ ਵਾਰੀ ਕੀ ਹੁੰਦਾ ਹੈ ਕਿ ਬੱਚਾ ਲਗਾਤਾਰ ਜਿਹੜਾ ਹੈਗਾ ਫੇਲ ਹੋ ਜਾਂਦਾ ਹੈਗਾ ਸਕੂਲ ਦੇ ਵਿੱਚੋਂ, ਤਾਂ ਉਹਦੇ ਕਾਰਨ ਵੀ ਜਿਹੜਾ ਹੈਗਾ ਉਹਨੂੰ ਕੀ ਹੁੰਦਾ ਕਿ ਉਹਨੂੰ ਡੀਮੋਟੀਵੇਟ ਕਰਨ ਲੱਗ ਜਾਂਦੇ ਆ। ਕੀ ਕਰਨ ਲੱਗ ਜਾਂਦੇ ਉਹਨੂੰ? ਡੀਮੋਟੀਵੇਟ ਕਰਨ ਲੱਗ ਜਾਂਦੇ। ਤੇ ਉਹ ਵੀ ਚੀਜ਼ਾਂ ਜਿਹੜੀਆਂ ਹੈਗੀਆਂ ਬਹੁਤ ਹੀ ਗਲਤ ਹੁੰਦੀਆਂ ਨੇ, ਕਿਉਂਕਿ ਬੱਚੇ ਨੂੰ ਉਤਸ਼ਾਹਿਤ ਕਰਨਾ ਹੁੰਦਾ ਹੈਗਾ, ਬੱਚੇ ਨੂੰ ਕੀ ਕਰਨਾ ਹੁੰਦਾ ਹੈ, ਹੌਸਲਾ ਦੇਣਾ ਹੁੰਦਾ ਹੈ ਕਿ ਕੋਈ ਗੱਲ ਨਹੀਂ, ਜੇ ਇੱਕ ਵਾਰੀ ਫੇਲ ਹੋ ਗਿਆ ਤਾਂ ਕੋਈ ਗੱਲ ਨਹੀਂ, ਅਗਲੀ ਵਾਰ ਇਦੋਂ ਜ਼ਿਆਦਾ ਮਿਹਨਤ ਕਰੇਗਾ ਤਾਂ ਚੰਗੇ ਨੰਬਰਾਂ ਨਾਲ ਜਿਹੜਾ ਹੈਗਾ ਪਾਸ ਹੋ ਸਕੇਗਾ। ਟਫ ਸਬਜੈਕਟ, ਕਈ ਵਾਰ ਬੱਚੇ ਨੂੰ ਪਾਠਕ੍ਰਮ ਬਹੁਤ ਔਖਾ ਲੱਗਦਾ ਹੈ, ਜਿਵੇਂ ਕਿ ਹਿਸਾਬ, ਅੰਗਰੇਜ਼ੀ, ਇੰਗਲਿਸ਼ ਅਤੇ ਮੈਥ ਜਿਹੜੇ ਹੈਗੇ ਬੱਚਿਆਂ ਨੂੰ ਮੋਸਟਲੀ ਜ਼ਿਆਦਾ ਔਖਾ ਲੱਗਦੇ ਹੁੰਦੇ ਨੇ, ਆਦਤ ਤੋਂ ਡਰਦੇ ਹਨ ਅਤੇ ਬੱਚੇ ਕਲਾਸ ਦੇ ਵਿੱਚੋਂ ਭੱਜ ਜਾਂਦੇ ਨੇ ਅਤੇ ਜਿਹੜਾ ਹੈਗਾ ਰੁਜ਼ਗਾਰ ਸੰਬੰਧੀ ਵਾਂਝੇ ਰਹਿ ਜਾਂਦੇ ਨੇ। ਦੇਖੋ ਗੱਲ ਕੀ ਹੁੰਦੀ ਹੈ, ਕਈ ਵਾਰ ਜਿਹੜੇ ਟਫ ਸਬਜੈਕਟ ਹੁੰਦੇ ਨੇ ਤਾਂ ਉਹਨਾਂ ਦੇ ਵਿੱਚੋਂ ਕੀ ਹੁੰਦਾ ਹੈਗਾ, ਬੱਚੇ ਬਹੁਤ ਡਰਦੇ ਨੇ, ਮੈਥ ਤੋਂ ਬਹੁਤ ਡਰਦੇ ਨੇ, ਇੰਗਲਿਸ਼ ਤੋਂ ਬਹੁਤ ਡਰਦੇ ਨੇ, ਤਾਂ ਇਹ ਚੀਜ਼ਾਂ ਕਾਰਨ ਜਿਹੜੇ ਹੈਗੇ ਬੱਚੇ ਨੂੰ ਕਲਾਸ ਨਹੀਂ ਲਗਾਉਂਦੇ ਤਾਂ ਕਲਾਸ ਦੇ ਵਿੱਚੋਂ ਜਿਹੜੇ ਹੈਗਾ ਬੰਕ ਮਾਰ ਜਾਂਦੇ ਨੇ। ਤਾਂ ਉਹ ਕੀ ਹੁੰਦਾ ਹੈਗਾ, ਜੇਕਰ ਉਹ ਚੀਜ਼ਾਂ ਨੂੰ ਨਹੀਂ ਸਮਝਦੇ ਅੱਗੇ ਜਾ ਕੇ ਜਿਹੜੇ ਹੈਗੇ ਉਹ ਰੁਜ਼ਗਾਰ ਤੋਂ ਵਾਂਝੇ ਰਹਿ ਜਾਂਦੇ। ਆਈਡੈਂਟੀਫਿਕੇਸ਼ਨ ਆਫ ਦਾ ਐਜੂਕੇਸ਼ਨ ਬੈਕਵਰਡ,
ਪਿਛੜੇ ਬੱਚਿਆਂ ਦੀ ਸਿੱਖਿਆ ਅੰਦਰ ਕਿਵੇਂ ਜਿਹੜੇ ਹੈਗਾ ਪਹਿਚਾਣ ਕਰ ਸਕਦੇ ਆ, ਠੀਕ ਹੈ ਨਾ, ਉਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ। ਇੰਟੈਲੀਜੈਂਸੀ ਟੈਸਟ, ਬੌਧਿਕ ਪੱਖ ਜਿਹਨੂੰ ਬੋਲਿਆ ਜਾਂਦਾ ਹੈ, ਬੌਧਿਕ ਪੱਖ ਬੱਚੇ ਦੇ ਬੌਧਿਕ ਪੱਖ ਨੂੰ ਜਾਣਨ ਲਈ, ਬੱਚੇ ਦੇ ਬੌਧਿਕ ਪੱਖ ਨੂੰ ਜਾਣਨ ਲਈ ਬੱਚੇ ਦਾ ਪਹਿਲਾਂ ਇੱਕ ਟੈਸਟ ਲਿਆ ਜਾਂਦਾ ਹੈ। ਉਸ ਨਾਲ ਬੱਚੇ ਦਾ IQ ਪਤਾ ਲੱਗ ਜਾਂਦਾ ਹੈਗਾ ਕਿੰਨਾ ਹੈਗਾ। IQ ਦਾ ਫਾਰਮੂਲਾ ਵੈਰੀ ਵੈਰੀ ਇੰਪੋਰਟੈਂਟ ਹੈ ਜੀ। IQ ਦਾ ਫਾਰਮੂਲਾ ਕੀ ਹੁੰਦਾ ਹੈਗਾ? IQ ਦਾ ਫਾਰਮੂਲਾ ਕੀ ਹੁੰਦਾ ਹੈਗਾ? IQ ਦਾ ਫਾਰਮੂਲਾ ਇਹ ਪਿਆ ਜੀ MA/CA, ਠੀਕ ਹੈ ਜੀ, ਮਲਟੀਪਲਾਈ 100। MA/CA ਮਲਟੀਪਲਾਈ 100। MA ਕੀ ਹੁੰਦਾ ਹੈਗਾ? ਮੈਂਟਲ ਏਜ ਹੁੰਦਾ ਹੈ। CA ਕੀ ਹੁੰਦਾ ਹੈ? ਕਾਰਟੀਲੈਂਸ ਏਜ ਹੁੰਦਾ ਹੈਗਾ, ਵਾਸਤਵਿਕ ਉਮਰ ਕਹਿ ਸਕਦੇ ਹਾਂ ਆਪਾਂ ਨੂੰ, ਤੇ ਮਲਟੀਪਲਾਈ 100 ਨਾਲ ਆਪਾਂ ਕਰ ਸਕਦੇ ਹਾਂ। ਦੇਖੋ ਜਿਵੇਂ ਇੱਥੇ ਮੈਂ ਕੀਤਾ ਹੋਇਆ, ਜੇਕਰ ਬੱਚੇ ਦੀ ਮੈਂਟਲ ਏਜ ਜਿਹੜੀ ਹੈਗੀ ਆ 5 ਹੈ, ਠੀਕ ਹੈ, ਵਾਸਤਵਿਕ ਏਜ ਕਿੰਨੀ ਹੈ? 4 ਹੈ, ਤਾਂ ਮਲਟੀਪਲਾਈ 100, 25 ਚੌਕਾ 100, ਤਾਂ 25 5 125, ਤਾਂ ਉਹਦਾ ਕਿੰਨਾ IQ ਹੋਵੇਗਾ? 125 IQ ਹੋਵੇਗਾ। ਤਾਂ ਇਦਾਂ ਦੀ ਜਿਹੜਾ ਹੈਗਾ ਉਹ ਜਿਹੜਾ ਹੈਗਾ ਕੱਢਿਆ ਜਾਏ। ਦੇਖੋ ਹੁਣ ਤੁਹਾਨੂੰ ਕੁਐਸਚਨ ਕਿਵੇਂ ਪੁੱਛ ਸਕਦਾ ਵੀ IQ ਦਾ ਫਾਰਮੂਲਾ ਦੱਸੋ, ਇਹਨਾਂ ਵਿੱਚੋਂ IQ ਦਾ ਫਾਰਮੂਲਾ ਕਿਹੜਾ ਸਹੀ ਹੈ? ਤਾਂ ਤੁਹਾਨੂੰ ਲਿਖਿਆ ਹੋਊਗਾ MA ਮਲਟੀਪਲਾਈ 100, CA/CA ਮਲਟੀਪਲਾਈ 100, CA/MA ਮਲਟੀਪਲਾਈ 100। ਉਸ ਤੋਂ ਬਾਅਦ ਹੈ MA/CA ਮਲਟੀਪਲਾਈ 100। ਤਾਂ ਇਹਨਾਂ ਵਿੱਚੋਂ ਤੁਸੀਂ ਪਛਾਣਨਾ ਹੋਊਗਾ ਕਿ ਸਹੀ ਫਾਰਮੂਲਾ ਕਿਹੜਾ ਹੈਗਾ। ਤਾਂ ਤੁਸੀਂ ਦੱਸੋਗੇ ਸਹੀ ਫਾਰਮੂਲਾ ਭਾਈ 4th ਨੰਬਰ ਵਾਲਾ MA/CA ਮਲਟੀਪਲਾਈ 100। ਇਹ ਕਿਹਦਾ ਫਾਰਮੂਲਾ? IQ ਦਾ ਫਾਰਮੂਲਾ। IQ ਨੂੰ ਕੱਢਣ ਵਾਸਤੇ ਇਹ ਫਾਰਮੂਲਾ ਯੂਜ਼ ਕੀਤਾ ਜਾਂਦਾ ਹੈਗਾ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ ਜੀ। ਉਸ ਤੋਂ ਬਾਅਦ ਹੈ ਸੋਸ਼ਲਿਸਟਿਕ ਟੈਸਟ। ਇੱਕ ਟੈਸਟ ਮੈਂ ਤੁਹਾਨੂੰ ਪਹਿਲਾਂ ਵੀ ਡਿਸਕਸ ਕੀਤਾ ਸੀ। ਅੱਛਾ, ਮੈਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਵਿੱਚ ਇੱਕ ਟੈਸਟ ਦੱਸਿਆ ਸੀ ਕਿ ਇੱਕ ਟੈਸਟ ਲੈਤਾ ਜਾਊਗਾ। ਉਹ ਮੈਨੂੰ ਜ਼ਰੂਰ ਸਾਰਿਆਂ ਨੇ, ਮੈਂ ਦੇਖੋ ਤੁਹਾਡੇ ਵਾਸਤੇ ਚੰਗਾ ਹੈ ਜੇਕਰ ਮੇਰੀਆਂ ਸਾਰੀਆਂ ਵੀਡੀਓ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੀਆਂ ਤੁਸੀਂ ਦੇਖੀਆਂ ਹੋਈਆਂ ਨੇ। ਉਹਦੇ ਵਿੱਚ ਮੈਂ ਡਿਸਕਸ ਕੀਤਾ ਸੀ, ਆਈ ਥਿੰਕ ਦੂਜੀ ਜਾਂ ਤੀਜੀ ਕਲਾਸ ਦੇ ਵਿੱਚ ਹੋਊਗਾ ਉਹ, ਕਿ ਇੱਕ ਬੱਚੇ ਦਾ ਟੈਸਟ ਲੈਤਾ ਜਾਊਗਾ ਜੋ ਕਿ ਕਿਹੜੀ ਕਲਾਸ ਦਾ ਹੋਵੇਗਾ, 3, 5 ਅਤੇ 8 ਕਲਾਸ ਦਾ ਉਹ ਟੈਸਟ ਲੈਤਾ ਜਾਵੇਗਾ। ਤਾਂ ਉਹ ਟੈਸਟ ਦਾ ਨਾਮ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਰਿਆਂ ਨੇ ਦੱਸਣਾ ਹੈ ਵੀ ਉਹ ਟੈਸਟ ਦਾ ਨਾਮ ਕੀ ਸੀਗਾ, ਕਿਹੜੇ ਟੈਸਟ ਦਾ ਨਾਮ ਕੀ ਹੈ ਜਿਹੜਾ ਉਹ ਤੀਜੀ ਤੇ 5ਵੀਂ ਅਤੇ 8ਵੀਂ ਕਲਾਸ ਦੇ ਬੱਚਿਆਂ ਦਾ ਲੈਤਾ ਜਾਂਦਾ ਹੈ। ਉਸ ਤੋਂ ਬਾਅਦ ਬੱਚੇ ਦੇ ਜਿਹੜਾ ਹੈਗਾ ਸਟੱਡੀ ਬਾਰੇ ਡਿਸੀਜਨ ਲੈਤਾ ਜਾਂਦਾ ਹੈ ਕਿ ਉਹ ਕਿਸ ਲਾਈਨ ਦੇ ਵਿੱਚ ਜਾਵੇਗਾ, ਕਿਸ ਲਾਈਨ ਦੇ ਵਿੱਚ ਉਹ ਅੱਗੇ ਵੱਧ ਸਕਦਾ ਹੈ। ਤਾਂ ਇਹ ਚੀਜ਼ਾਂ ਤੁਸੀਂ ਜ਼ਰੂਰ ਦੱਸਣੀਆਂ। ਤਾਂ ਕਮੈਂਟ ਬਾਕਸ ਦੇ ਵਿੱਚ ਸਾਰਿਆਂ ਨੇ, ਜਿੰਨੇ ਕੈਂਡੀਡੇਟ ਵੀ ਵੀਡੀਓ ਦੇਖਣਗੇ, ਸਾਰਿਆਂ ਨੇ ਉਸ ਟੈਸਟ ਦਾ ਨਾਮ ਮੈਨੂੰ ਜਿਹੜਾ ਹੈਗਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ। ਸੋਸ਼ਲਿਸਟਿਕ ਟੈਸਟ ਕਿਹੜਾ ਹੁੰਦਾ ਹੈ? ਵਿਕਵਾਕਤਾ ਪੱਖ ਕਿਹੜਾ ਹੁੰਦਾ ਹੈ? ਬੱਚੇ ਦੀ ਜਿਸ ਤਰ੍ਹਾਂ ਦੀ ਪੜ੍ਹਾਈ ਕੀਤੀ ਗਈ ਹੈ ਉਸ ਤਰ੍ਹਾਂ ਇਸ ਟੈਸਟ ਨੂੰ ਜਿਹੜਾ ਹੈਗਾ ਬਣਾਇਆ ਜਾਂਦਾ। ਜੇਕਰ ਬੱਚਾ ਇੰਜੀਨੀਅਰਿੰਗ ਦੀ ਟੈਸਟ ਦੀ ਪੜ੍ਹਾਈ ਕਰਦਾ ਹੈ ਤਾਂ ਇੰਜੀਨੀਅਰਿੰਗ। ਅੱਛਾ, ਹੁਣ ਦੇਖੋ ਗੱਲ ਕੀਤੀ ਜਾਂਦੀ ਹੈ, ਜੇਕਰ IT ਦੀਆਂ ਪੋਸਟਾਂ ਆਉਂਦੀਆਂ ਤਾਂ ਕੰਪਿਊਟਰ ਜ਼ਿਆਦਾ ਹੁੰਦਾ ਹੈ ਨਾ, ਜੇਕਰ ਸਾਇੰਸ ਦੀਆਂ ਪੋਸਟਾਂ ਆਉਂਦੀਆਂ ਤਾਂ ਸਾਇੰਸ ਜ਼ਿਆਦਾ ਹੁੰਦੀ ਹੈ, ਜੇਕਰ ਪੰਜਾਬੀ ਦੀਆਂ ਪੋਸਟਾਂ ਆਉਂਦੀਆਂ ਤਾਂ ਪੰਜਾਬੀ ਦੇ ਕੁਐਸਚਨ ਜ਼ਿਆਦਾ ਹੋਣਗੇ, ਹਿਸਟਰੀ ਦੀਆਂ ਜਿਹੜੀ ਪੋਸਟ ਆਉਂਦੀ ਹੈ ਤਾਂ ਹਿਸਟਰੀ ਦੇ ਕੁਐਸਚਨ ਜ਼ਿਆਦਾ ਹੋਣਗੇ। ਹੁਣ ਪ੍ਰੀ ਪ੍ਰਾਇਮਰੀ ਦੀਆਂ ਪੋਸਟ ਆਈਆਂ ਨੇ ਤੇ 60 ਨੰਬਰਾਂ ਦੀ ਕੀ ਪਾਤੀ ਉਹਨਾਂ ਨੇ? ਬੱਚਿਆਂ ਵਾਸਤੇ ਨੌਲੇਜ ਪਾਤੀ ਹੈ ਨਾ। ਇਹ ਸਾਰੇ ਬੱਚਿਆਂ ਦੀ ਨੌਲੇਜ ਹੈ, ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਤਾਂ ਇਸ ਦੇ ਵਿੱਚ ਸਹਾਇਤਾ ਰਾਹੀਂ ਆਮ ਅਤੇ ਖਾਸ ਸਮੱਸਿਆ ਦਾ ਜਿਹੜਾ ਹੈਗਾ ਸਹਾਇਤਾ ਕੀਤੀ ਜਾਂਦੀ ਹੈ, ਠੀਕ ਹੈ ਨਾ। ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ। ਪਰਸਨਲੀ ਟੈਸਟ, ਵਿਅਕਤੀਗਤ ਪੱਖ ਜਿਹਨੂੰ ਆਪਾਂ ਕਹਿ ਸਕਦੇ ਹਾਂ। ਵਿਅਕਤੀਗਤ ਪੱਖ ਕਿਹੜਾ ਹੁੰਦਾ ਹੈ? ਆਬਜ਼ਰਵੇਸ਼ਨ, ਜਿਹੜਾ ਅਵਲੋਕਨ ਜਿਹਨੂੰ ਆਪਾਂ ਕਹਿ ਸਕਦੇ ਹਾਂ। ਸਮੇਂ ਸਿਰ ਬੱਚੇ ਨੂੰ ਕੀ ਕਰਨਾ ਜਿਹੜਾ ਹੈਗਾ, ਸਮੇਂ ਨੂੰ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਕਿ ਆਪਣਾ ਸਕੂਲ ਦਾ ਕੰਮ ਕੀਤਾ ਜਾਂ ਨਹੀਂ ਕੀਤਾ।
ਤਾਂ ਬੱਚੇ ਦਾ ਜਿਹੜਾ ਸਮੇਂ-ਸਮੇਂ ਸਿਰ ਦੇਖੋ ਮਾਂ ਪਿਓ ਦਾ ਵੀ ਫਰਜ਼ ਬਣਦਾ ਹੈ ਨਾ, ਅਧਿਆਪਕ ਟੀਚਰ ਦਾ ਵੀ ਇੱਕ ਰਿਸਪੌਂਸਿਬਿਲਟੀ ਬਣਦੀ ਹੈ ਕਿ ਬੱਚੇ ਦਾ ਹਰ ਇੱਕ ਟੈਸਟ ਜਿਹੜਾ ਹੈਗਾ, ਹਰ ਇੱਕ ਕੰਮ ਜਿਹੜਾ ਹੈਗਾ ਚੈੱਕ ਕਰਦੇ ਰਹਿਣਾ ਚਾਹੀਦਾ, ਤਾਂ ਜੋ ਪਤਾ ਲੱਗ ਸਕੇ ਕਿ ਉਹ ਬੱਚਾ ਹਰ ਇੱਕ ਕੰਮ ਨੂੰ ਪੂਰਾ ਕਰ ਰਿਹਾ ਜਾਂ ਨਹੀਂ ਕਰ ਰਿਹਾ। ਉਸ ਤੋਂ ਬਾਅਦ ਹੈ ਮੈਡੀਕਲ ਐਗਜ਼ਾਮੀਨੇਸ਼ਨਸ। ਬੱਚੇ ਦੇ ਮੈਡੀਕਲ ਟੈਸਟ ਕਰਵਾ ਕੇ ਬੱਚੇ ਨੂੰ ਦਾ ਪਤਾ ਲਗਾਇਆ ਜਾ ਸਕਦਾ ਹੈ ਕਿ ਬੱਚਾ ਦਿਮਾਗੀ ਤੌਰ 'ਤੇ ਵਿਕਲਾਂਗਤਾ ਹੈਗਾ ਜਾਂ ਨਹੀਂ। ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬੱਚੇ ਦੇ ਮੈਡੀਕਲ ਟੈਸਟ ਤੋਂ ਪਤਾ ਲੱਗਦੀਆਂ। ਕਈ ਵਾਰੀ ਆਪਾਂ ਨੂੰ ਨਹੀਂ ਪਤਾ ਲੱਗਦਾ, ਕਈ ਵਾਰੀ ਇੱਦਾਂ ਦੇ ਸਿੰਪਟਮ ਹੋ ਜਾਂਦੇ ਨੇ ਕਿ ਬੱਚੇ ਦੀ ਦਿਮਾਗੀ ਤੌਰ ਸਹੀ ਨਹੀਂ ਹੁੰਦਾ, ਤਾਂ ਆਪਾਂ ਨੂੰ ਟੈਸਟ ਬੱਚੇ ਦੇ ਕਰਵਾ ਕੇ ਹੀ ਪਤਾ ਲਗਾਇਆ ਜਾ ਸਕਦਾ। ਕੇਸ ਹਿਸਟਰੀ, ਤਾਂ ਬੱਚੇ ਦੇ ਪਰਿਵਾਰ ਬਾਰੇ ਜਾਣਿਆ ਜਾਂਦਾ ਹੈ, ਉਸਦੇ ਮੁੱਢਲੇ ਜੀਵਨ ਬਾਰੇ, ਸਮਾਜਿਕ ਬਾਰੇ, ਮਾਹੌਲ ਬਾਰੇ ਜਿਹੜਾ ਹੈਗਾ ਅਧਿਐਨ ਕੀਤਾ ਜਾਂਦਾ। ਜੇਕਰ ਕਈ ਵਾਰੀ ਬੱਚੇ ਦੇ ਪਰਿਵਾਰਕ ਇੱਦਾਂ ਦੀਆਂ ਚੀਜ਼ਾਂ ਹੋਣ ਤਾਂ ਉਹ ਬੱਚੇ ਦੇ ਵਿੱਚ ਵੀ ਜ਼ਰੂਰ ਹੁੰਦੀਆਂ ਨੇ, ਤਾਂ ਬੱਚੇ ਦੇ ਜਿਹੜੇ ਹੈਗੇ ਪਰਿਵਾਰ ਬਾਰੇ ਜਾਣਿਆ ਜਾਂਦਾ ਕਿ ਉਹਨਾਂ ਦਾ ਪਰਿਵਾਰ ਜਿਹੜਾ ਹੈਗਾ ਉਹਨਾਂ ਦੇ ਵਿੱਚ ਤਾਂ ਨਹੀਂ ਕੋਈ ਇੱਦਾਂ ਦੀ ਵਿਕਲਾਂਗਤਾ ਸੀਗੀ ਜਿਸ ਕਰਕੇ ਉਹ ਬੱਚੇ ਦੇ ਵਿੱਚ ਸਿੰਡਰੋਮ ਆ ਸਕਦਾ। ਉਸ ਤੋਂ ਬਾਅਦ ਹੈ ਸਾਈਕੋਲੋਜੀਕਲ ਟੈਸਟ, ਮਨੋਵਿਗਿਆਨਿਕ ਪੱਖ ਜਿਹਨੂੰ ਆਪਾਂ ਕਹਿ ਸਕਦੇ ਹਾਂ। ਇਸ ਵਿੱਚ ਬੱਚੇ ਦੇ ਮਨੋਵਿਗਿਆਨਕ ਨੂੰ ਚੈੱਕ ਕੀਤਾ ਜਾਂਦਾ ਹੈ ਕਿ ਉਹ ਕਿੰਨਾ ਕੁ ਹੁਸ਼ਿਆਰ ਜਾਂ ਕਿੰਨਾ ਕੁ ਨਲਾਇਕ ਹੈਗਾ। ਤਾਂ ਉੱਦਾਂ ਦੇ ਟੈਸਟ ਜਿਹੜੇ ਹੈਗੇ ਜਿਵੇਂ ਰੀਜ਼ਨਿੰਗ ਵਗੈਰਾ ਆ ਗਈ, ਮੈਥ ਵਗੈਰਾ ਆ ਗਿਆ, ਜੀਕੇ ਵਗੈਰਾ ਆ ਗਈ। ਇਹ ਅੱਜ ਜਿਹੜਾ ਤੁਹਾਡਾ 21 ਤਰੀਕ ਨੂੰ ਟੈਸਟ ਹੋਣਾ ਉਹ ਸਾਈਕੋਲੋਜੀਕਲ ਟੈਸਟ ਹੈ। ਤੁਹਾਡੇ ਦਿਮਾਗ ਨੂੰ ਚੈੱਕ ਕੀਤਾ ਜਾਣਾ ਉਹਨਾਂ ਨੇ ਵੀ ਕਿੰਨਾ ਕੁ ਦਿਮਾਗ ਕੰਮ ਕਰ ਰਿਹਾ, ਕਿੰਨਾ ਕੁ ਕੰਮ ਨਹੀਂ ਕਰ ਰਿਹਾ। ਟਾਈਪ ਆਫ ਬੈਕਵਰਡ ਐਜੂਕੇਸ਼ਨ, ਕਿਹੜੀਆਂ ਕਿਹੜੀਆਂ ਟਾਈਪ ਹੋ ਸਕਦੀਆਂ ਨੇ ਬੈਕਵਰਡ ਐਜੂਕੇਸ਼ਨ ਦੀਆਂ, ਤਾਂ ਉਹਨਾਂ ਬਾਰੇ ਗੱਲ ਕਰ ਲੈਂਦੇ ਆਪਾਂ। ਜਰਨਲ ਬੈਕਵਰਡ, ਆਮ ਪਿਛੜਾਪਣ, ਠੀਕ ਹੈ ਨਾ, ਆਮ ਪਿਛੜਾਪਣ। ਆਮ ਪਿਛੜੇਪਣ ਦੀ ਜੇਕਰ ਗੱਲ ਕੀਤੀ ਜਾਵੇ, ਆਮ ਪਿਛੜੇਪਣ ਦਾ ਮਤਲਬ ਹੈ ਕਿ ਬੱਚੇ ਦੇ ਸਾਰੇ ਵਿਸ਼ਿਆਂ ਵਿੱਚ ਕਮਜ਼ੋਰ ਹੋਣਾ। ਬੱਚਾ ਭਾਈ ਪੰਜਾਬੀ 'ਚ ਵੀ ਕਮਜ਼ੋਰ ਹੈ, ਮੈਥ ਦੇ ਵਿੱਚ ਵੀ ਕਮਜ਼ੋਰ ਹੈ, ਹਿਸਾਬ ਦੇ ਸਾਰੇ ਜਿੰਨੇ ਵੀ ਸਬਜੈਕਟ ਨੇ ਉਹਨਾਂ ਦੇ ਵਿੱਚ ਕਮਜ਼ੋਰ ਹੋਣਾ। ਦੂਸਰਾ ਕੀ ਹੈ ਸਪੈਸੀਫਿਕ, ਵਿਸ਼ੇਸ਼ ਪਿਛੜਾਪਣ। ਇਸ ਵਿੱਚ ਇੱਕ ਜਾਂ ਇੱਕ ਤੋਂ ਜ਼ਿਆਦਾ ਜਿਹੜਾ ਹੈਗਾ ਬੱਚਿਆਂ ਵਿੱਚ ਜਿਹੜਾ ਹੈਗਾ ਬੱਚਿਆਂ ਦਾ ਜਿਹੜਾ ਹੈਗਾ ਕਮਜ਼ੋਰ ਹੋਣਾ। ਇੱਕ ਜਾਂ ਇੱਕ ਤੋਂ ਜ਼ਿਆਦਾ ਵਿਸ਼ਿਆਂ ਦੇ ਵਿੱਚ ਜਿਹੜਾ ਹੈਗਾ ਬੱਚਾ ਕਮਜ਼ੋਰ ਹੋਣਾ, ਕਿ ਜਾਂ ਤਾਂ ਬੱਚਾ ਮੈਥ ਦੇ ਵਿੱਚ ਕਮਜ਼ੋਰ ਹੋ ਸਕਦਾ ਹੈ ਜਾਂ ਇੰਗਲਿਸ਼ ਦੇ ਵਿੱਚ ਕਮਜ਼ੋਰ ਹੋ ਸਕਦਾ ਹੈ, ਹੈ ਨਾ। ਇੱਦਾਂ ਦੇ ਜਿਹੜਾ ਹੈਗਾ ਚੀਜ਼ਾਂ ਦੇ ਵਿੱਚ ਕਮਜ਼ੋਰ ਹੋਣਾ। ਉਸ ਤੋਂ ਬਾਅਦ ਕਰੈਕਟਰਿਸਟਿਕਸ ਆਫ ਬੈਕਵਰਡ ਐਜੂਕੇਸ਼ਨ, ਬੈਕਵਰਡ ਚਿਲਡਰਨ, ਵਿਸ਼ੇਸ਼ਤਾਵਾਂ ਕੀ ਹਨ ਸਿੱਖਿਆ ਦੇ ਵਿੱਚ ਪਛੜੇ ਬੱਚਿਆਂ ਦੀਆਂ। ਸਰੀਰਕ ਵਿਸ਼ੇਸ਼ਤਾ, ਬਾਕੀ ਬੱਚਿਆਂ ਦੀ ਤੁਲਨਾ ਵਿੱਚ ਬੱਚੇ ਦਾ ਘੱਟ ਸਰੀਰਕ ਵਿਕਾਸ ਹੋਣਾ, ਠੀਕ ਹੈ। ਦੂਸਰਾ ਕੀ ਹੈ ਧੀਮੀ ਸਵਾਤਮਿਕ, ਬਾਕੀ ਬੱਚਿਆਂ ਨਾਲ ਤੁਰਨਾ ਫਿਰਨਾ, ਬੋਲਣ, ਪੜ੍ਹਨਾ ਅਤੇ ਦੌੜਨ ਆਦਿ ਵਿੱਚ ਬੱਚਿਆਂ ਦੇ ਵਿੱਚ ਕਾਫੀ ਸਮਾਂ ਲੱਗਦਾ। ਕਈ ਬੱਚੇ ਕੀ ਹੁੰਦੇ ਆ ਬੋਲਣ ਦੇ ਵਿੱਚ ਹਕਲਾਹਟ ਪੈਦਾ ਕਰਦੇ ਨੇ, ਪੜ੍ਹਨ ਦੇ ਵਿੱਚ ਬਹੁਤ ਮੁਸ਼ਕਲਾਂ ਆਉਂਦੀਆਂ ਉਹਨਾਂ ਨੂੰ, ਅਤੇ ਜਦੋਂ ਉਹ ਦੌੜਦੇ ਨੇ ਉਹਨਾਂ ਨੂੰ ਸਹੀ ਦੌੜਿਆ ਨਹੀਂ ਜਾਂਦਾ, ਤਾਂ ਦੌੜਨ ਦੇ ਵਿੱਚ ਵੀ ਉਹਨਾਂ ਨੂੰ ਜਿਹੜਾ ਹੈਗਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਅਮੂਰਤ ਚਿੰਤਤ ਦੀ ਕਮੀ, ਜੋ ਚੀਜ਼ਾਂ ਬੱਚਿਆਂ ਦੀਆਂ ਅੱਖਾਂ ਤੋਂ ਪਰੇ ਹਨ, ਜਿਵੇਂ ਬੱਚੇ ਪੇਪਰ ਦੇਣਾ ਲਈ ਜਾਂਦੇ ਹਨ, ਤਾਂ ਜੇਕਰ ਬੱਚੇ ਨੂੰ ਅਮੂਰਤ ਚਿੰਤਨ ਦੀ ਕਮੀ ਹੈ ਤਾਂ ਪੇਪਰ ਵਿੱਚ ਫੇਲ ਹੋ ਜਾਂਦੇ ਨੇ। ਕਹਿਣ ਦਾ ਮਤਲਬ ਕੀ ਹੈ ਕਿ ਪੇਪਰ ਨੂੰ ਜਿਹੜੇ ਬੱਚੇ ਸਮਝ ਨਹੀਂ ਪਾਉਂਦੇ, ਉਹਨਾਂ ਨੂੰ ਪਤਾ ਨਹੀਂ ਲੱਗਦਾ। ਦੇਖੋ ਕਈ ਵਾਰ ਹੁੰਦਾ, ਮੈਂ ਤੁਹਾਨੂੰ ਇਹ ਐਗਜ਼ਾਮਪਲ ਦਿਖਾਉਣਾ ਕਿ ਮੈਥ ਦੇ ਵਿੱਚ ਰੇਸ਼ੋ ਦਾ ਕੁਐਸਚਨ ਹੈ, ਠੀਕ ਹੈ ਨਾ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਰੇਸ਼ੋ ਹੁੰਦੀ ਕੀ ਹੈ, ਵੀ ਕਿਹੜਾ ਕੁਐਸਚਨ ਆ ਗਿਆ, ਹੈ ਨਾ। ਮੈਥ ਦੇ ਵਿੱਚ ਟਾਈਮ ਅਤੇ ਵਰਕ ਦਾ ਕੁਐਸਚਨ ਹੈ, ਪਤਾ ਨਹੀਂ ਲੱਗਦਾ ਵੀ ਕਿਹੜੀ ਕੈਟਾਗਰੀ ਦਾ ਕੁਐਸਚਨ ਹੈ, ਕੀ ਪੁੱਛ ਰਿਹਾ। ਮੰਨ ਲਓ ਤੁਹਾਡੇ ਤੋਂ ਕੋਈ ਕੁਐਸਚਨ ਪੁੱਛਿਆ, ਠੀਕ ਹੈ, ਸਾਈਕੋਲੋਜੀ ਦਾ ਕੋਈ ਕੁਐਸਚਨ ਪੁੱਛਿਆ, ਵਾਧੇ 'ਤੇ ਕੁਐਸਚਨ ਪੁੱਛ ਰਿਹਾ, ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਵਾਧਾ ਕੀ ਹੁੰਦਾ ਹੈ, ਵਿਕਾਸ ਕੀ ਹੁੰਦਾ। ਕਹਿਣ ਦਾ ਮਤਲਬ ਕੀ ਹੈ ਕਿ ਉਹ ਬੱਚੇ ਜਿਹੜੇ ਬੱਚੇ ਪੇਪਰ ਨੂੰ ਸਮਝ ਨਹੀਂ ਸਕਦੇ, ਪੇਪਰ ਨੂੰ ਨੌਲੇਜ ਨਹੀਂ ਹੁੰਦੀ ਪੇਪਰ ਵਾਸਤੇ, ਤਾਂ ਉਹ ਹਮੇਸ਼ਾ ਪੇਪਰ ਦੇ ਵਿੱਚੋਂ ਕੀ ਹੋ ਜਾਂਦੇ ਨੇ, ਫੇਲ ਹੋ ਜਾਂਦੇ ਨੇ। ਘੱਟ ਬੌਧਿਕਤਾ, ਲੋ IQ, ਸਭ ਤੋਂ ਜ਼ਿਆਦਾ ਘੱਟ ਬੌਧਿਕਤਾ, ਲੋ IQ 0 ਤੋਂ ਜਿਵੇਂ 25 ਹੋ ਗਿਆ, ਠੀਕ ਹੈ ਨਾ, ਕਈ ਵਾਰੀ 30 ਵੀ ਇਸ ਨੂੰ ਮੰਨ ਲਿਆ ਜਾਂਦਾ ਹੈਗਾ। ਖੇਤਰ ਵਿੱਚ ਜਿਹੜੀ ਹੈਗੀ ਘੱਟ ਜਿਨ੍ਹਾਂ ਦਾ IQ ਹੁੰਦਾ ਉਹ ਬੱਚੇ ਨੂੰ ਪ੍ਰੋਬਲਮ ਜ਼ਿਆਦਾ ਆਉਂਦੀ ਹੈ। ਲੋਕ ਆਫ ਰੀਜ਼ਨਿੰਗ ਐਬਿਲਿਟੀ, ਤਰਕ ਨਾ ਕਰ ਪਾਉਣਾ, ਕੁਝ ਬੱਚੇ ਨੂੰ ਜਿਹੜਾ ਹੈਗਾ ਤਰਕਸ਼ੀਲਤਾ ਦੀ ਘਾਟ ਹੁੰਦੀ ਹੈ। ਦੇਖੋ ਕਹਿਣ ਦਾ ਮਤਲਬ ਕੀ ਹੈ, ਉਹ 4 ਪਿਕਚਰਾਂ ਦਿੱਤੀਆਂ ਜਾਂਦੀਆਂ ਨੇ, ਹੈ ਨਾ, 4 ਪਿਕਚਰਾਂ ਦਿੱਤੀਆਂ ਨੇ। ਮੰਨ ਲਓ ਭਾਈ ਇਹਦੇ ਵਿੱਚ ਕੁਛ ਚੀਜ਼ ਹੈ, ਇੱਥੇ ਹੋਰ ਪਿਕਚਰ ਹੈ, ਉਹਦੇ ਵਿੱਚ ਇੱਦਾਂ ਹੈਗਾ, ਇੱਥੇ ਹੋਰ ਪਿਕਚਰ ਹੈ, ਉਹਦੇ ਵਿੱਚ ਕੁਛ ਹੋਰ ਹੈ। ਉਹ ਪੁੱਛ ਲੈਣਗੇ ਵੀ ਇਹਦੇ ਵਿੱਚ ਇਹੀ ਜੀ ਕਿਹੜੀ ਚੀਜ਼ ਹੈ
ਜਿਹੜੀ ਇਹਨਾਂ ਤਿੰਨਾਂ ਦੇ ਵਿੱਚ ਨਹੀਂ ਹੈਗੀ। ਇਹਦੇ ਵਿੱਚ ਕਿਹੜੀ ਚੀਜ਼ ਹੈ ਜੋ ਇਹਨਾਂ ਤਿੰਨਾਂ ਦੇ ਵਿੱਚ ਨਹੀਂ ਹੈਗੀ, ਇਹਦੇ ਵਿੱਚ ਪੂਰੀ ਕੀਤੀ ਜਾਂਦੀ ਹੈ, ਤਾਂ ਉਹ ਕਹਿੰਦੀ ਹੈ ਤਰਕਪੂਰਤਾ, ਹੈ ਨਾ। ਤਾਂ ਇਦਾਂ ਦੀ ਚੀਜ਼, ਜਾਂ ਹੁਣ ਕਈ ਵਾਰੀ ਪੁੱਛ ਲਿਆ ਜਾਂਦਾ ਹੈ 3 5 7, ਠੀਕ ਹੈ, ਇੱਥੇ ਕੀ ਆਵੇਗਾ, ਇੱਥੇ ਕੀ ਆਵੇਗਾ, ਇਦਾਂ ਦੇ ਕੁਐਸਚਨ, ਨੰਬਰ ਸੀਰੀਜ਼ ਜਿਹਨੂੰ ਆਪਾਂ ਕਹਿੰਦੇ ਆ, ਜਾਂ ਅਲਫਾਬੈਟਿਕ ਸੀਰੀਜ਼, ਹੈ ਨਾ। ਇਦਾਂ ਦੇ ਕੁਐਸਚਨਾਂ ਦੀ ਗੱਲ ਕੀਤੀ ਜਾਂਦੀ ਹੈ। ਪੜ੍ਹਾਈ ਲਈ ਜਿਹੜਾ ਹੈਗਾ ਪੜ੍ਹਾਈ ਅਤੇ ਨੁਕਸਾਨ ਬਾਰੇ ਉਹਨਾਂ ਨੂੰ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਕੀ ਹੁੰਦਾ ਹੈਗਾ। ਇਹਨਾਂ ਬੱਚਿਆਂ ਦੀ ਜਿਹੜੀ ਹੈਗੀ ਧਾਰਨਾ ਨਾਗਰਿਕਤਾ ਜਿਹੜੀ ਹੈਗੀ ਆ ਨਗਰਾਤਮਕ ਹੁੰਦੀ ਹੈ, ਠੀਕ ਹੈ ਨਾ। ਇਹ ਸਿੱਖਿਆ ਵਿਸ਼ੇਸ਼ ਜਿਹੜੇ ਹੈਗੇ ਸਿੱਖਿਅਕ ਵਿਸ਼ੇਸ਼ ਨੰਬਰ 1 ਭਾਸ਼ਾ ਵਿੱਚ ਪਿੱਛੇ ਹੁੰਦੇ ਨੇ ਇਹ ਬੱਚੇ। ਨਕਾਰਾਤਮਕ ਵਤੀਰਾ ਇਹਨਾਂ ਦਾ ਹੁੰਦਾ ਹੈਗਾ। ਗੈਰ ਮਾਨਸਿਕ ਕੰਮ ਜਿਹੜੇ ਹੈਗੇ ਜ਼ਿਆਦਾ ਕਰਦੇ ਨੇ, ਵਿਸ਼ੇ ਵਿੱਚ ਕਮਜ਼ੋਰ ਹੁੰਦੇ ਨੇ। ਇਹਨਾਂ ਚੀਜ਼ਾਂ ਨੂੰ ਵੀ ਜ਼ਰੂਰ ਯਾਦ ਰੱਖਿਓ। ਤਾਂ ਇੱਥੋਂ ਤੱਕ ਜਿਹੜੇ ਹੈਗੇ ਅੱਜ ਦਾ ਆਪਣਾ ਟੌਪਿਕ ਸੀਗਾ, ਸੈਸ਼ਨ ਸੀਗਾ। ਅੱਛਾ, ਕੋਈ ਵੀ ਕਮੀ ਆਉਂਦੀ ਹੈ, ਕੋਈ ਵੀ ਚੀਜ਼ ਦੀ ਤੁਹਾਨੂੰ ਪ੍ਰੋਬਲਮ ਆਉਂਦੀ ਹੈ, ਕਮੈਂਟ ਬਾਕਸ ਦੇ ਵਿੱਚ ਜਿਹੜਾ ਹੈਗਾ ਤੁਸੀਂ ਜ਼ਰੂਰ ਪੁੱਛ ਸਕਦੇ ਹੋ। ਜੇਕਰ ਤੁਹਾਨੂੰ ਨੋਟਸਾਂ ਦੀ ਪ੍ਰੋਬਲਮ ਹੈ, ਤਾਂ ਇਹ ਨੋਟਸ ਤੁਹਾਡੇ ਤੋਂ ਨਹੀਂ ਬਣ ਰਹੇ, ਤਾਂ ਇਹ ਅਕੈਡਮੀ ਦਾ ਜਿਹੜਾ ਹੈਗਾ ਆਫੀਸ਼ੀਅਲ ਨੰਬਰ ਹੈ 9496439531, ਜਿਹੜਾ ਹੈਗਾ ਇਹ ਆਫੀਸ਼ੀਅਲ ਨੰਬਰ ਹੈ ਅਕੈਡਮੀ ਦਾ, ਠੀਕ ਹੈ ਜੀ। ਇਸ ਦੇ ਉੱਪਰ ਜਿਹੜਾ ਹੈਗਾ ਤੁਸੀਂ ਲਿੰਕ ਕਰ, ਇਸ ਦੇ ਉੱਪਰ ਜਿਹੜਾ ਹੈਗਾ ਤੁਸੀਂ ਫੋਨ ਕਰਕੇ ਜਾਂ WhatsApp ਮੈਸੇਜ ਕਰਕੇ ਤੁਸੀਂ ਜਿਹੜੇ ਹੈਗੇ ਆ ਨੋਟਸ ਪਰਚੇਜ ਕਰ ਸਕਦੇ ਹੋ। ਤਾਂ 60 ਨੰਬਰਾਂ ਦਾ। ਅੱਛਾ, ਇਹ ਨਾ ਸੋਚਿਆ ਕਰੋ ਯਾਰ ਵੀ ਨੋਟਸ ਦੇ ਪੈਸੇ ਦੇਣੇ ਪੈਣਗੇ, ਜਾਂ ਤੁਸੀਂ, ਮੈਨੂੰ ਪਤਾ ਤੁਸੀਂ ਬਹੁਤ ਸਾਰੇ ਪਹਿਲਾਂ ਪੈਸੇ ਖਰਾਬ ਕਰ ਚੁੱਕੇ ਹੋ, ਹੈ ਨਾ। ਤੁਸੀਂ ਆਪਣੀ ਜ਼ਿੰਦਗੀ ਦਾ ਦੇਖੋ 25000 ਰੁਪਈਆ 25500 ਰੁਪਈਆ ਤਨਖਾਹ ਆਉਣੀ ਹੈ ਤੁਹਾਡੀ ਸਟਾਰਟਿੰਗ ਤੋਂ, ਹੈ ਨਾ। ਜੇਕਰ ਤੁਸੀਂ 25500 ਤਨਖਾਹ ਲੈਣੀ ਹੈ ਤਾਂ ਤੁਹਾਨੂੰ ਕੁਛ ਨਾ ਕੁਛ ਜ਼ਰੂਰ ਜਿਹੜਾ ਹੈਗਾ ਖਰਚਾ ਕਰਨਾ ਪੈਣਾ ਹੈਗਾ। ਵਿਹਲੇ ਬੈਠਿਆਂ ਨੂੰ, ਫਰੀ ਬੈਠਿਆਂ ਨੂੰ ਆਪਾਂ ਨੂੰ ਕੁਛ ਨਹੀਂ ਪਤਾ ਲੱਗਣਾ। ਤੁਸੀਂ ਨੋਟਸ ਦੇਖੋ, ਹੁਣ ਨੋਟਸ ਤੁਹਾਡੇ ਤੋਂ ਬਣਨੀ ਵੀ ਨਹੀਂ ਹੈ, ਤਾਂ ਨੋਟਸ ਪ੍ਰੋਵਾਈਡ ਕਰਵਾਉਣੇ ਤਾਂ ਤੁਸੀਂ ਜਿਹੜਾ ਹੈਗਾ ਜ਼ਰੂਰ ਮੈਸੇਜ ਕਰ ਸਕਦੇ ਹੋ। ਜਿਹੜੇ ਹੈਗੇ ਆ ਤੁਹਾਡੇ ਤੋਂ ਫ੍ਰੀ ਆਫ ਕਾਸਟ ਜਿਹੜਾ ਹੈਗਾ, ਤੁਹਾਨੂੰ ਮੈਂ ਵੈਸੇ ਵੀਡੀਓ ਦਾ ਕਰ ਰੱਖਿਆ। ਤਾਂ ਜਿੰਨੇ ਵੀ ਕੈਂਡੀਡੇਟ ਹੈ, ਜੇਕਰ ਨੋਟਸ ਪ੍ਰੋਵਾਈਡ ਕਰਵਾਉਣੇ ਤਾਂ ਜਿਹੜੇ ਹੈਗੇ ਇਸ ਨੰਬਰ ਦੇ ਉੱਪਰ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਬਾਕੀ ਤੁਹਾਨੂੰ ਹੰਬਲ ਰਿਕੁਐਸਟ ਹੈ ਕਿ ਸੈਸ਼ਨ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਚੈਨਲ ਨੂੰ ਵੱਧ ਤੋਂ ਵੱਧ ਜਿਹੜਾ ਹੈਗਾ ਸਬਸਕ੍ਰਾਈਬ ਕਰੋ। ਅੱਛਾ, ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤੇ ਜਾਂਦੇ ਆ ਟੈਲੀਗ੍ਰਾਮ ਚੈਨਲ ਦੇ ਅਤੇ WhatsApp ਗਰੁੱਪ ਦੇ, ਜੇਕਰ ਉਹਨਾਂ ਦੇ ਵਿੱਚ ਵੀ ਜ਼ਰੂਰ ਐਡ ਹੋ ਜਿਓ। ਕਈ ਵਾਰੀ ਜੋ ਵੀ ਇਨਫੋਰਮੇਸ਼ਨ ਡਿਪਾਰਟਮੈਂਟ ਜਿਹੜਾ ਹੈਗਾ ਦਿੰਦਾ ਰਹਿੰਦਾ, ਮੈਂ ਉਹਦੇ ਵਿੱਚ ਅਪਡੇਟ ਕਰਦਾ ਰਹਿੰਦਾ ਹੈਗਾ। ਓਕੇ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ। ਓਕੇ ਜੀ, ਥੈਂਕ ਯੂ ਸਾਰਿਆਂ ਦਾ।